ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰ ਲਈ। ਸਭ ਤੋਂ ਪਹਿਲਾ ਮਸਲਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਉਹ ਇਹ ਹੈ ਕਿ ਵੈਨਕੂਵਰ 에ਅਰਪੋਰਟ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹਨਾਂ ਦੇ ਉੱਤੇ ਅਸਰ ਪਿਆ ਤੇ ਹੁਣ ਇਹਦੇ ਲਈ ਕਾਫੀ ਸਮਾਂ ਲੱਗੂਗਾ ਸਾਰਾ ਕੁਝ ਠੀਕ ਠਾਕ ਹੋਣ ਦੇ ਲਈ। ਦੋ ਜਿਹੜੇ ਦਿਨ ਨੇ ਇਹਦਾ ਦੋਵਾਂ ਦਿਨਾਂ ਦੇ ਵਿੱਚ ਫਲਾਈਟਸ ਲਿਮਿਟ ਕਰ ਦਿੱਤੀਆਂ ਉਹਨਾਂ ਨੇ, ਕਿਉਂਕਿ ਆਹ ਦਿਨ ਸਭ ਤੋਂ ਬਿਜ਼ੀ ਹੁੰਦੇ ਆ ਟਰੈਵਲ ਕਰਨ ਦੇ ਲਈ। ਔਰ ਕੁਛ ਦਿਨ ਪਹਿਲੇ ਹਜੇ ਅਨਾਊਂਸਮੈਂਟ ਕਰਕੇ ਹਟੇ ਸੀ ਕਿ ਸਭ ਤੋਂ ਬਿਜ਼ੀ ਦਿਨ ਸੀਗਾ ਤੇ ਇਹਦੇ ਤੋਂ ਬਾਅਦ ਜਿਹੜੀ ਸਨੋ ਇੱਥੇ ਪਈ ਆ, ਸਟਰੋਮ ਜਿਹੜਾ ਇੱਕ ਕਿਸਮ ਦਾ ਇੱਥੇ ਆਇਆ ਤੇ ਉਹਨੂੰ ਕਲੀਅਰ ਕਰਨ ਦੇ ਲਈ ਜਿਹੜਾ ਬੈਕਲੌਗ ਆ, ਜਿਹੜੇ ਲੋਕ ਰਹਿ ਗਏ 2 ਦਿਨ ਕੋਈ ਵੀ ਫਲਾਈਟ ਆ ਨਹੀਂ ਸਕੀ, ਜਾ ਨਹੀਂ ਸਕੀ, ਉਹਦੇ ਨਾਲ ਜਿਹੜਾ ਵੱਡਾ ਅਸਰ ਪਿਆ। ਹੁਣ 2 ਦਿਨਾਂ ਤੱਕ ਇਹਨੂੰ ਕਹਿੰਦੇ ਲਿਮਿਟ ਕਰ ਦਿੱਤਾ ਇਹਨਾਂ ਨੇ। ਉਹਦੇ ਤੋਂ ਬਾਅਦ ਜਿਹੜਾ ਇਹ ਠੀਕ ਠਾਕ ਹੋਊਗਾ। ਕੈਂਸਲੇਸ਼ਨ ਬਹੁਤ ਹੋਈਆਂ, ਡਿਲੇਜ਼ ਬਹੁਤ ਹੋਏ ਆ। ਮੰਗਲਵਾਰ ਨੂੰ ਜਿਹੜਾ ਸਨੋ ਸਟਰੋਮ ਸੀਗਾ ਉਹਦੇ ਕਾਰਨ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਨੇ ਇਹ ਕਿਹਾ ਆ ਕਿ ਫੈਸਲਾ, ਇਹ ਜਿਹੜਾ ਡਿਸੀਜਨ ਆ ਇਹਦੇ ਨਾਲ 2 ਦਰਜਨ ਦੇ ਕਰੀਬ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਸਕੈਜੂਲ ਕੀਤੀਆਂ ਆ ਬੁੱਧਵਾਰ ਨੂੰ ਤੇ ਫਰਾਈਡੇ ਨੂੰ, ਇਹਨਾਂ ਦੇ ਉੱਤੇ ਵੀ ਅਸਰ ਪਊਗਾ ਕ੍ਰਿਸਮਸ ਵੀਕਐਂਡ ਤੋਂ। ਜਾਂ ਕ੍ਰਿਸਮਸ ਵੀਕਐਂਡ ਆ ਉਸ ਵੇਲੇ, ਕ੍ਰਿਸਮਸ ਦਾ ਸਮਾਂ ਬਹੁਤ ਬਿਜ਼ੀ ਸਮਾਂ ਹੁੰਦਾ ਆ, ਲੋਕ ਬਹੁਤ ਜ਼ਿਆਦਾ ਟਰੈਵਲ ਕਰਦੇ ਆ ਤੇ ਇਹਦੇ ਉੱਤੇ ਹੁਣ ਇਹ ਪ੍ਰਬੰਧ ਕੀਤੇ ਜਾ ਰਹੇ ਆ। ਕਈ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੀਆਂ ਰੀਬੁਕਿੰਗ ਆ ਉਹਨੂੰ ਫੀਸ ਦੁਬਾਰਾ ਲੱਗਦੀ ਉਹਨੂੰ ਵੇਵ ਕਰ ਦਿੱਤਾ ਗਿਆ, ਵੇਵ ਆਫ ਕਰ ਦਿੱਤਾ ਗਿਆ। ਹੋਰ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਕਿਸੇ ਨਾ ਕਿਸੇ ਤਰ੍ਹਾਂ ਸਨੋ ਸਟਰੋਮ ਦੀ ਨਾਲ ਪੈਦਾ ਹੋਈ ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ। ਸੋ ਜਿਹੜਾ ਕੰਜੈਸ਼ਨ ਹੋਇਆ ਇਸ ਵੇਲੇ ਉਹਦੇ ਨਾਲ ਆ ਰਹੀਆਂ ਫਲਾਈਟਾਂ ਵੀ ਤੇ ਜਾ ਰਹੀਆਂ ਫਲਾਈਟਾਂ ਵੀ, ਇਹਦੇ ਉੱਤੇ ਅਸਰ ਪਿਆ। ਲੋਕ 8-8 10-10 ਘੰਟੇ 에ਅਰਪੋਰਟ ਦੇ ਉੱਤੇ ਖੜ੍ਹੇ ਰਹੇ, ਕੋਈ ਸਮਾਨ ਦੀ ਉਡੀਕ ਕਰ ਰਹੇ ਸੀ, ਜਹਾਜ਼ ਖੜ੍ਹੇ ਆ, ਸਾਰਾ ਕੁਝ ਖੜ੍ਹਿਆ, ਉਹ ਕਿਤੇ ਬੰਦਾ ਹੈ ਨਹੀਂ, ਕੋਈ ਬੰਦਾ ਕੀ ਉੱਥੇ ਆ ਜਾ ਹੀ ਨਹੀਂ ਕੋਈ ਸਕਦਾ ਸੀ। ਅਤੇ ਦੂਜਾ ਇੱਦਾਂ ਦੇ ਮੌਸਮ ਦੇ ਵਿੱਚ ਜਹਾਜ਼ ਵੀ ਨਹੀਂ ਉੱਡ ਸਕਦੇ ਤੇ ਨਾ ਲੈਂਡ ਕਰ ਸਕਦੇ ਆ। ਉਹ ਕਹਿੰਦੇ ਸਾਡਾ ਫੋਕਸ ਉਹਨਾਂ 에ਅਰਕ੍ਰਾਫਟ ਦੇ ਉੱਤੇ ਆ ਜਿਹੜੇ ਇੱਥੋਂ ਡਿਪਾਰਟ ਕਰ ਰਹੇ ਆ ਤੇ ਜਿਹੜੇ ਕ੍ਰਿਊ ਆ, ਪੈਸੰਜਰ ਆ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਸੇਫਟੀ ਨੂੰ ਅਸੀਂ ਪਹਿਲਾਂ ਦੇਖ ਰਹੇ। ਸੋ ਟੈਂਪਰੇਰੀਲੀ ਉਹਨਾਂ ਨੇ ਲਿਮਿਟ ਕਰ ਦਿੱਤਾ ਕਿ ਪਹਿਲਾਂ ਵਾਂਗੂ ਨਹੀਂ, 48 ਘੰਟੇ ਦੇ ਲਈ, ਕੱਲ੍ਹ ਤੱਕ ਮਤਲਬ ਕਿ ਇੰਨੀਆਂ ਕੁ ਫਲਾਈਟ ਜਾ ਸਕਦੀਆਂ ਆ। ਸਾਰੀਆਂ ਫਲਾਈਟ ਆਮ ਵਾਂਗੂ ਇਹਨਾਂ 2 ਦਿਨਾਂ ਦੇ ਵਿੱਚ ਨਹੀਂ ਚੱਲਣਗੀਆਂ। ਔਰ ਇਹ ਵੀ ਆ ਕਿ ਜਿਹੜਾ ਅਨਯੂਜ਼ੂਅਲ ਅਤੇ ਹੈਵੀ ਸਨੋਫਾਲ ਹੋਈ ਸੀ ਉਹਦੇ ਕਰਕੇ ਟੈਂਪਰੇਰੀਲੀ ਸਾਰਾ ਕੁਝ ਸਸਪੈਂਡ ਕਰ ਦਿੱਤਾ ਸੀ ਇਹਨਾਂ ਨੇ ਸੋਮਵਾਰ ਨੂੰ, ਜਿਹੜਾ ਸੋਮਵਾਰ ਰਾਤ ਨੂੰ ਅਤੇ ਮੰਗਲਵਾਰ ਸਵੇਰ ਨੂੰ, ਕਿਉਂਕਿ ਕਈ ਸੈਂਕੜੇ ਕੈਂਸਲੇਸ਼ਨ ਹੋ ਗਈਆਂ ਸੀ ਫਲਾਈਟਸ ਦੀਆਂ। ਔਰ ਇਹਦੇ ਵਿੱਚ ਕਿਸੇ ਦਾ ਵੀ ਕੋਈ ਵੱਸ ਨਹੀਂ ਸੀ, ਕੋਈ ਵੀ ਕੁਝ ਕਰ ਨਹੀਂ ਸੀ ਸਕਦਾ। ਅਤੇ ਤੁਹਾਨੂੰ ਵੀ ਜੇਕਰ ਫਲਾਈਟ ਹੈਗੀ ਆ, ਜੇ ਤੁਸੀਂ ਆਉਣਾ 2 ਦਿਨਾਂ ਦੇ ਵਿੱਚ ਜਾਣਾ ਤਾਂ ਚੈੱਕ ਜ਼ਰੂਰ ਕਰ ਲਓ। ਕੁਛ ਜਿਹੜੀਆਂ 에ਅਰਪੋਰਟਸ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਹਿ ਲਓ ਕਿ ਬਿਜ਼ੀ ਸਮਾਂ ਇਹ, ਪਰ ਆ ਜਿਹੜੇ ਦੋਵੇਂ ਦਿਨ ਨੇ ਇਹ ਸਭ ਤੋਂ ਬਿਜ਼ੀ ਮੰਨੇ ਜਾਂਦੇ ਸੀ ਕਿ ਇਹਨਾਂ 2 ਦਿਨਾਂ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਭੀੜ ਹੋਣੀ ਹੈ। 1,34,000 ਦੇ ਕਰੀਬ ਟਰੈਵਲਰ ਇਹਦੇ ਵਿੱਚ ਦੀ ਲੰਘਦਾ 에ਅਰਪੋਰਟ ਨੂੰ, ਚਾਹੇ ਆਉਂਦਾ ਤੇ ਚਾਹੇ ਜਾਂਦਾ ਆ। ਕੈਂਸਲੇਸ਼ਨ ਅਤੇ ਡਿਲੇਜ਼ ਲਗਾਤਾਰ ਬੁੱਧਵਾਰ ਅੱਜ ਸਾਰਾ ਦਿਨ ਜਾਰੀ ਰਹੇ ਆ। ਮੈਜੋਰਿਟੀ ਜਿਹੜੀਆਂ ਸਕੈਜੂਅਲ ਫਲਾਈਟ ਸੀਗੀਆਂ ਉਹਨਾਂ ਦੇ ਉੱਤੇ ਡੋਮੈਸਟਿਕ ਟਰਮੀਨਲ ਜਿਹੜਾ ਪਹਿਲਾਂ ਹੀ ਜਿਹੜਾ ਫੁੱਲ ਸੀ ਅਤੇ ਕਈ ਸੈਂਕੜੇ ਜਿਹੜੇ ਉੱਥੇ ਯਾਤਰੀ ਆ ਉਹ ਖੜ੍ਹੇ ਆ, ਕੁਛ ਡੈਸਕ ਦੇ ਉੱਤੇ ਆ, ਕੁਛ ਸੁੱਤੇ ਪਏ ਆ ਫਲੋਰ ਦੇ ਉੱਤੇ, ਕਈਆਂ ਦੇ ਕੋਲ ਜਾਣ ਨੂੰ ਕੁਛ ਹੈ ਨਹੀਂ ਗਾ, ਕਿਸੇ ਪਾਸੇ ਜਾ ਨਹੀਂ ਸਕਦੀ। ਵੈਸਟਜੈਟ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਕਈ ਦਰਜਨਾਂ ਜਿਹੜੀਆਂ ਹੋਰ ਏਅਰਲਾਈਨਸ ਦੇ ਵਿੱਚੋਂ ਇੱਕ ਵੈਸਟਜੈਟ ਆ, ਉਹਨੇ ਇਹ ਕਿਹਾ ਸੀ ਕਿ ਇਹਨਾਂ ਨੇ ਆਪਣੀਆਂ 200 ਫਲਾਈਟ ਕੈਂਸਲ ਕੀਤੀਆਂ ਇਸ ਹਫ਼ਤੇ ਦੇ ਵਿੱਚ ਮੌਸਮ ਨੂੰ ਦੇਖਦੇ ਹੋਏ। ਕਈ ਦਰਜਨਾਂ ਜਿਹੜੇ ਜਹਾਜ਼ ਆ ਉਹ ਇਸ ਵੇਲੇ ਉੱਥੇ ਮਤਲਬ ਖੜ੍ਹੇ ਆ, ਸਟੱਕ ਆ, ਅਤੇ ਹਜੇ ਤੱਕ ਇਹ ਨਹੀਂ ਪਤਾ ਉਹਨਾਂ ਨੂੰ ਕਿ ਕੀ ਬਣਨਾ ਜਾਂ ਕਦੋਂ ਉਹਨਾਂ ਨੇ ਜਾਣਾ। ਜੇਕਰ ਤੁਸੀਂ ਇਸ ਵੇਲੇ ਟਰੈਵਲ ਕਰ ਰਹੇ ਹੋ ਉੱਧਰਲੇ ਪਾਸੇ ਤਾਂ ਜ਼ਰੂਰ ਧਿਆਨ ਰੱਖੋ ਅਤੇ ਆਪਣੀ ਬਕਾਇਦਾ ਚੈੱਕ ਕਰਕੇ ਏਅਰਲਾਈਨ ਦੇ ਨਾਲ ਗੱਲ ਕਰਕੇ ਫਿਰ ਜਾਓ। ਔਰ ਇਸ ਵੇਲੇ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੰਨੇ ਏਅਰਪੋਰਟ ਨੇ ਉਹਨਾਂ ਦੇ ਉੱਤੇ ਗਿਣਤੀ ਕਾਫੀ ਜ਼ਿਆਦਾ ਲੋਕਾਂ ਦੀ ਵਧੀ ਹੈ, ਟਰੈਵਲਰਸ ਦੀ। ਕਲੋਨਾ ਏਅਰਪੋਰਟ ਦੇ ਉੱਤੋਂ ਵੀ ਖਬਰਾਂ ਆ ਰਹੀਆਂ ਕਿ ਫਲਾਈਟਸ ਜਿਹੜੀਆਂ ਕਈ ਡਿਲੇ ਹੋਈਆਂ, ਕੈਂਸਲ ਹੋਈਆਂ ਇਸ ਮੌਸਮ ਦੇ ਕਰਕੇ। ਉੱਥੋਂ ਦੇ ਸਪੋਕਸਪਰਸਨ ਨੇ ਦੱਸਿਆ ਕਿ ਉਹ ਵੀ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਰੀਬੁਕਿੰਗ ਆ ਉਹਨੂੰ ਪ੍ਰਾਇਓਰਟਾਈਜ਼ ਕੀਤਾ ਜਾਵੇ, ਕੀ ਇਹਦਾ ਤਰੀਕਾ ਕੀਤਾ ਜਾਣਾ ਚਾਹੀਦਾ। ਜਿਹੜਾ ਜਿਹੜਾ ਇੰਪੈਕਟ ਆ ਇੱਕ ਵਿੰਟਰ, ਉੱਤੋਂ ਸਟਰੋਮ, ਅਤੇ ਤੀਜਾ ਜਿਹੜਾ ਸੀਜ਼ਨ ਦਾ ਜਾਂ ਸਾਲ ਦਾ ਸਭ ਤੋਂ ਬਿਜ਼ੀ ਸਮਾਂ, ਇਹਨਾਂ ਸਾਰਿਆਂ ਨੇ ਰਲ ਕੇ ਐਡਾ ਵੱਡਾ ਅਸਰ ਪਾਇਆ ਕਿ ਇਸ ਵੇਲੇ ਜਿਹੜੀ ਸੰਕਟ ਦੇ ਵਿੱਚ ਸਾਰਾ ਕੁਛ। ਏਅਰ ਕੈਨੇਡਾ ਨੇ ਵੀ ਕਾਫੀ ਕੁਛ ਕੀਤਾ, ਜਿਹੜੀ ਵੇਵ ਕਰ ਦਿੱਤੀ ਹੈ ਰੀਬੁਕਿੰਗ ਫੀਸ, ਅਤੇ ਇਹ ਵੀ ਵਾਊਚਰ ਵੀ ਦਿੱਤੇ ਆ ਉਹਨਾਂ ਨੇ ਲੋਕਾਂ ਨੂੰ ਕਿ ਤੁਸੀਂ ਫਲਾਈ ਕਰ ਸਕਦੇ ਹੋ ਜਿਹੜਾ 25 ਦਸੰਬਰ ਤੱਕ, ਅਤੇ ਜੇ ਕੋਈ ਵੀ ਫਲਾਈਟ ਦੇ ਵਿੱਚ ਜਾਂਦੇ ਆ ਤਾਂ ਤੁਹਾਨੂੰ ਨਹੀਂ ਐਕਸਟਰਾ ਚਾਰਜ ਕੀਤਾ ਜਾਊਗਾ। ਹੋਰ ਕਈ ਕੁਛ ਵੀ ਕੀਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ, ਪਰ
ਜਿਹੜੀਆਂ 210 ਫਲਾਈਟ ਵੈਸਟਜੈਟ ਦੀਆਂ ਮੰਗਲਵਾਰ ਨੂੰ ਕੈਂਸਲ ਹੋਈਆਂ ਸੀ ਤੇ ਲਗਾਤਾਰ ਇਹ ਸਿਲਸਿਲਾ ਇਸ ਵੇਲੇ ਜਾਰੀ ਹੈ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਕਾਫੀ ਮੌਸਮ ਥੋੜ੍ਹਾ ਜਿਹਾ ਖਰਾਬ ਰਹਿਣਾ ਹੈ। ਸਨੋ ਭਾਵੇਂ ਹੁਣ ਹਟ ਗਈ ਹੈ, ਫਿਰ ਪੈ ਜਾਣੀ ਹੈ ਤੇ ਟੈਂਪਰੇਚਰ ਕਾਫੀ ਥੱਲੇ ਰਹਿਣਾ ਆ। ਜਿਹੜਾ ਜਿਹੜਾ ਮਤਲਬ ਪਹਿਲਾਂ ਐਕਸਪੈਕਟਡ ਨਹੀਂ ਸੀ ਇੰਨਾ ਲੋ ਟੈਂਪਰੇਚਰ ਇਸ ਵੇਲੇ ਲਗਾਤਾਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਿਹਾ ਆ। ਔਰ ਅੱਜ ਬੁੱਧਵਾਰ, ਕੱਲ੍ਹ ਨੂੰ ਵੀਰਵਾਰ ਵੀ ਇਸੇ ਤਰ੍ਹਾਂ ਰਹਿਣਾ ਆ। ਫਿਰ ਜਿਹੜਾ ਇਹ ਹੈਗਾ ਇਹਦੇ ਤੋਂ ਬਾਅਦ ਸਨੋ ਤੇ ਫਿਰ ਲਗਾਤਾਰ ਮੀਂਹ ਦੱਸਿਆ ਜਾ ਰਿਹਾ, ਜਿਹਦੇ ਨਾਲ ਕੁਛ ਨਾ ਕੁਛ ਲੋਕਾਂ ਨੂੰ ਰਾਹਤ ਜ਼ਰੂਰ ਆਊਗੀ। ਕੁਛ ਥਾਵਾਂ ਦੇ ਉੱਤੇ -30 ਡਿਗਰੀ ਤੱਕ ਟੈਂਪਰੇਚਰ, -40 ਡਿਗਰੀ ਤੱਕ ਜਿਹੜਾ ਜਿਹਨੂੰ ਫੀਲ ਲਾਈਕ ਕਹਿੰਦੇ ਆ। ਵਾਰਨਿੰਗਸ ਦਿੱਤੀਆਂ ਗਈਆਂ ਇਸ ਵੇਲੇ ਸਦਰਨ ਇੰਟੀਰੀਅਰ ਦੇ ਵਿੱਚ, ਜਿਹਦੇ 'ਚ ਪੂਰਾ ਓਕਨਾਗਨ ਵੈਲੀ, ਆਪਣੇ ਥੋਮਸਨ, ਈਸਟ ਕੂਟਨੀ ਤੇ ਜਿਹੜੇ ਹੋਰ ਇਲਾਕੇ ਆ ਉਹਨਾਂ ਦੇ ਵਿੱਚ ਇਸ ਵੇਲੇ। ਪ੍ਰਿੰਸ ਜਾਰਜ ਦੇ ਵਿੱਚ ਵੀ ਫੋਰਕਾਸਟ ਕੀਤਾ ਜਾ ਰਿਹਾ ਕਿ ਥੋੜ੍ਹਾ ਜਿਹਾ ਇਸ ਹਫ਼ਤੇ ਦੇ ਆਖਰ ਦੇ ਵਿੱਚ ਟੈਂਪਰੇਚਰ ਵਧੂਗਾ। ਬੁੱਧਵਾਰ ਨੂੰ ਇਸ ਵੇਲੇ ਅੱਜ ਜਿਹੜਾ ਟੈਂਪਰੇਚਰ ਸੀ -28 ਡਿਗਰੀ ਤੱਕ ਰਿਹਾ ਤੇ -49 ਡਿਗਰੀ ਤੱਕ ਇਹਨੂੰ ਫੀਲ ਲਾਈਕ ਸੀਗਾ। ਕੈਮਲੂਪਸ, ਕਲੋਨਾ, ਇੱਥੇ ਵੀ ਦੱਸਿਆ ਜਾ ਰਿਹਾ ਕਿ -23 ਡਿਗਰੀ 23 ਡਿਗਰੀ ਬੁੱਧਵਾਰ ਨੂੰ ਅੱਜ ਟੈਂਪਰੇਚਰ ਸਵੇਰੇ ਸੀਗਾ ਤੇ ਵਿੰਡ ਚਿਲ ਸੀ, ਇਹਦੇ ਨਾਲ ਇਹ -33 ਡਿਗਰੀ ਤੱਕ ਫੀਲ ਹੋ ਰਿਹਾ ਸੀ। ਸੋ ਥੋੜ੍ਹਾ ਜਿਹਾ ਮੌਸਮ ਦਾ ਵਿਚਾਰ ਰੱਖੋ ਤੇ ਜੇ ਕਿਤੇ ਜਾ ਰਹੇ ਹੋ ਆਪਣਾ ਪਹਿਲਾਂ ਇਹਨੂੰ ਚੈੱਕ ਕਰਕੇ ਜ਼ਰੂਰ ਜਾਓ, ਤਾਂ ਕਿ ਤੁਹਾਨੂੰ ਉੱਥੇ ਏਅਰਪੋਰਟ ਦੇ ਉੱਤੇ ਨਾ ਜਿਹੜਾ ਰੁਕਣਾ ਪਵੇ ਤੇ ਉੱਥੇ, ਕਿਉਂਕਿ ਅੱਗਿਓਂ ਫਿਰ ਉੱਥੇ ਇੰਤਜ਼ਾਮ ਨਹੀਂ ਲੋਕਾਂ ਦੇ ਬੈਠਣ ਦਾ, ਲੋਕ ਬਹੁਤ ਜ਼ਿਆਦਾ ਨੇ, ਉਸ ਸਮੱਸਿਆ ਤੋਂ ਬਚਿਆ ਜਾ ਸਕਦਾ। ਰੀਅਲ ਸਟੇਟ ਮਾਰਕੀਟ ਦੇ ਵਿੱਚ ਕਈ ਜਿਹੜੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ ਤੇ ਫਿਰ ਲੋਕਾਂ ਦੀਆਂ ਕਈ ਵਾਰੀ ਸ਼ਿਕਾਇਤਾਂ ਵੀ ਇਹਦੇ ਨਾਲ ਸੰਬੰਧਿਤ ਹੁੰਦੀਆਂ। ਰੀਅਲ ਸਟੇਟ ਮਾਰਕੀਟ ਦੇ ਵਿੱਚ ਹੁੰਦਾ ਕੀ ਆ ਕਿ ਪਹਿਲਾਂ ਇੱਕ ਪ੍ਰੋਪਰਟੀ ਹੁੰਦੀ ਆ, ਕੋਈ ਘਰ ਹੁੰਦਾ ਆ, ਉਹ ਘਰ ਦੇ ਉੱਤੇ ਉਹ ਬੰਦਾ ਮੰਗਦਾ ਆ ਕਿ ਮੈਂ ਇੰਨੇ ਦਾ ਘਰ ਵੇਚਣਾ ਆ, ਫਿਰ ਉਹਦੇ ਉੱਤੇ ਆਫਰ ਆਉਂਦੀ ਆ ਕਿ ਹਾਂਜੀ ਅਸੀਂ ਇੰਨੇ ਦਾ ਘਰ ਲੈਣ ਨੂੰ ਤਿਆਰ ਹਾਂ। ਫਿਰ ਉਹਦੇ ਤੋਂ ਬਾਅਦ ਉਹਨਾਂ 'ਚ ਡੀਲ ਹੋ ਜਾਂਦੀ ਆ ਕਿ ਹਾਂਜੀ ਤੁਸੀਂ ਇੰਨਾ ਡਿਪੋਜ਼ਿਟ ਦੇ ਦਿਓ ਤੇ ਇੱਕ ਡੇਟ ਫਿਰ ਫਿਕਸ ਕਰ ਲਈ ਜਾਂਦੀ ਆ ਕਿ ਉਦੋਂ ਨੂੰ ਤੁਸੀਂ ਇੰਨੇ ਪੈਸੇ ਦੇ ਕੇ ਤਾਂ ਆਪਣੀ ਜਿਹੜੀ ਉਹ ਕੰਪਲੀਸ਼ਨ ਕਰਾ ਸਕਦੇ ਹੋ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿੱਦਾਂ ਬਿਆਨਾਂ ਤੇ ਰਜਿਸਟਰੀ ਇੰਡੀਆ ਦੇ ਵਿੱਚ ਆਪਣੇ ਹੁੰਦਾ ਸੀ। ਹੁਣ ਇਸ ਮਾਮਲੇ ਦੇ ਵਿੱਚ ਕਈ ਵਾਰੀ ਲੋਕ ਘਰ ਬੁੱਕ ਕਰਾ ਲੈਂਦੇ ਆ ਕਿ ਠੀਕ ਹੈ ਜੀ ਮੈਂ ਇੰਨੇ ਦਾ ਇਹ ਘਰ ਲਊਂਗਾ, ਪਰ ਜਦੋਂ ਤੱਕ ਉਹਨਾਂ ਨੇ ਉਹ ਸਾਰੇ ਪ੍ਰੋਸੈਸ 'ਚ ਪੈਣਾ ਹੁੰਦਾ, ਮਾਰਕੀਟ ਦੇ ਵਿੱਚ ਘਰਾਂ ਦੀਆਂ ਕੀਮਤਾਂ ਡਿੱਗ ਜਾਂਦੀਆਂ ਤੇ ਫਿਰ ਬੰਦੇ ਮੁੱਕਰ ਲੱਗ ਜਾਂਦੇ ਆ। ਉਹਨੂੰ ਲੱਗਦਾ ਕਿ ਅਸੀਂ ਘਾਟੇ ਦਾ ਸੌਦਾ ਕਰ ਲਿਆ। ਪਰ ਜੇ ਤੁਸੀਂ ਉਹ ਇੱਕ ਲਾਈਨ ਕ੍ਰੋਸ ਕਰ ਚੁੱਕੇ ਹੋ, ਡੇਟ ਕ੍ਰੋਸ ਕਰ ਚੁੱਕੇ ਹੋ, ਤਾਂ ਤੁਹਾਨੂੰ ਲੀਗਲੀ ਉਹਦੇ ਲਈ ਮਤਲਬ ਜਵਾਬਦੇਹ ਹੋਣਾ ਪੈਂਦਾ। ਤੁਸੀਂ ਇੱਦਾਂ ਡੀਲ ਵਿੱਚੋਂ ਛੱਡ ਕੇ ਨਹੀਂ ਜਾ ਸਕਦੇ। ਵੈਨਕੂਵਰ ਦਾ ਇੱਕ ਮਾਮਲਾ ਸਾਹਮਣੇ ਆਇਆ ਰੀਅਲ ਸਟੇਟ ਦੇ ਵਿੱਚ, ਇਨਵੈਸਟਰਸ ਜਿਹੜਾ ਬਿਨਾਂ ਗੱਲ ਤੋਂ ਹੀ ਬੈਕ ਕਰ ਗਿਆ ਤੇ ਉਹ ਮਤਲਬ ਬੈਕ ਆਊਟ ਹੋ ਗਿਆ। ਮਤਲਬ ਉਹਦਾ ਜਿਹੜਾ ਕਿ ਲੌਜਿਕ ਨਹੀਂ ਸੀ ਉੱਥੇ, ਤੇ ਉਹਨੂੰ ਹੁਣ ਅਦਾਲਤ ਦੇ ਵਿੱਚ ਪੁੱਛਗਿੱਛ ਉਹਦੀ ਕੀਤੀ ਜਾ ਰਹੀ ਹੈ। ਜਾਰਜੀਆ ਦੇ ਉੱਤੇ ਜਿਹੜਾ ਇਹ ਸੀਗਾ ਜਿਹੜਾ ਘਰ, ਦੱਸਦੇ ਆ ਕਿ $3 ਲੱਖ ਉਹਨੇ ਦੇਣਾ ਸੀ ਡਿਪੋਜ਼ਿਟ ਜਦੋਂ ਉਹਨੇ ਬੁੱਕ ਕਰਾਇਆ ਸੀ। ਤੇ ਹੁਣ ਉਹਨੂੰ ਕਿਹਾ ਗਿਆ ਕਿ ਤੂੰ ਜਿਹੜਾ ਇਹਦਾ $1 ਮਿਲੀਅਨ ਉਹਨੂੰ $1 ਮਿਲੀਅਨ ਦੇ ਕਰੀਬ ਉਹਨੂੰ ਮਤਲਬ ਇਹਦਾ ਹਰਜਾਨਾ ਦੇਣਾ ਪੈ ਸਕਦਾ। ਨਾਕਾਓ ਇਸ ਵਿਅਕਤੀ ਦਾ ਨਾਂ ਆ। ਡੀਲ ਇਹਨੇ ਕੀਤੀ ਸੀ ਨਵੰਬਰ 2016 ਦੇ ਵਿੱਚ। ਡੀਲ ਇਹ ਸੀ ਕਿ 917 ਪੈਸੀਫਿਕ ਡਰਾਈਵ ਦੇ ਉੱਤੇ ਟਵਾਸਨ BC ਦੇ ਵਿੱਚ ਇਹ ਘਰ ਸੀ। $4.5 ਮਿਲੀਅਨ ਦਾ ਇਹ ਘਰ ਲੱਗਿਆ ਸੀ, ਮਤਲਬ 4.4 ਮਿਲੀਅਨ ਦਾ। ਤੇ ਉਹਨੂੰ ਜਦੋਂ ਉਹਨੇ ਡੀਲ ਕਰ ਲਈ ਤਾਂ ਉਹਦੇ ਬਾਅਦ ਕਿਸੇ ਨੇ ਕਹਿ ਦਿੱਤਾ ਕਿ ਤੂੰ ਤਾਂ ਓਵਰਪੇ ਕਰ ਰਿਹਾ, ਇਹ ਘਰ ਇੰਨੇ ਦਾ ਹੈ ਨਹੀਂ। ਤੇ ਜਿਹੜਾ ਹੁਣ ਡਿਸੀਜਨ BC ਸੁਪਰੀਮ ਕੋਰਟ ਦੇ ਵਿੱਚ ਆਇਆ, ਉਹਦੇ 'ਚੋਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਜਿਹੜਾ ਇਹ ਔਰਤ ਸੀ ਔਰ ਇਹਦੀ ਹਸਬੈਂਡ ਜਿਹੜਾ ਸੀਗਾ ਸ਼ਿਨ ਜਿਓਂਗ, ਇਹਨਾਂ ਦੋਵਾਂ ਨੇ ਫਿਰ ਇਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਵਾਰਨਿੰਗਸ ਆਈਆਂ ਰੀਅਲ ਸਟੇਟ ਬੋਰਡ ਵੱਲੋਂ ਕਿ ਤੁਸੀਂ ਇੱਦਾਂ ਨਹੀਂ ਕਰ ਸਕਦੇ। ਇਹਨਾਂ ਨੇ ਧਿਆਨ ਨਹੀਂ ਦਿੱਤਾ ਵੀ ਅਸੀਂ ਜਦੋਂ ਮੁੱਕਰ ਹੀ ਗਏ, ਅਸੀਂ ਪਿੱਛੇ ਹੀ ਹਟ ਗਏ ਤਾਂ ਸਾਡਾ ਇਹਦੇ ਨਾਲ ਲੈਣਾ ਦੇਣਾ ਨਹੀਂ ਹੋ ਸਕਦਾ। ਪਰ ਉਹ ਕੇਸ ਚੱਲਿਆ। ਕੇਸ ਚੱਲਣ ਤੋਂ ਬਾਅਦ ਹੁਣ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਗਲਤ ਕੀਤਾ, ਇਸ ਤਰੀਕੇ ਦੇ ਨਾਲ ਤੁਸੀਂ ਇਹਦੇ ਵਿੱਚੋਂ ਭੱਜ ਨਹੀਂ ਸੀ ਸਕਦੇ। ਇਹ ਬ੍ਰੀਚ ਆਫ ਕੰਟਰੈਕਟ ਆ ਕਿ ਜਿਹੜਾ ਕੰਟਰੈਕਟ ਹੋ ਗਿਆ, ਭਾਵੇਂ ਘਰ ਦੀ ਕੀਮਤ ਥੱਲੇ ਡਿੱਗ ਪਈ ਹੈ ਜਾਂ ਤੁਹਾਨੂੰ ਭੁਲੇਖਾ ਲੱਗ ਗਿਆ, ਪਰ ਜਿਹੜਾ ਤੁਸੀਂ ਇੱਕ ਵਾਰੀ ਵਾਅਦਾ ਕਰ ਚੁੱਕੇ ਸੀ ਉਹਦੇ ਤੋਂ ਤੁਸੀਂ ਮੁੱਕਰ ਨਹੀਂ ਸਕਦੇ। ਤੇ ਇਹਦੇ ਵਿੱਚ ਹੁਣ ਇਹਨਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਤੇ ਉਹਨਾਂ ਨੂੰ $9,70,000 ਪਲੱਸ ਜਿਹੜੀ ਲੀਗਲ ਕਾਸਟ ਉਹਨਾਂ ਦੀ ਆਈ ਆ ਇਸ ਕੇਸ ਨੂੰ ਲੜਨ ਦੇ ਵਿੱਚ। ਦੂਜਾ, ਇਹ ਇੰਨੀ ਕਾਸਟ ਕਿਉਂ ਆਈ ਆ ਜਾਂ ਇਹ ਮਾਮਲਾ ਕੀ ਸੀਗਾ, ਇਹ ਇਸ ਕਰਕੇ ਸੀਗਾ ਕਿ ਉਹ ਜਦੋਂ ਉਹਨਾਂ ਨੇ ਘਰ ਛੱਡਿਆ, ਮੁੜ ਕੇ ਉਹ ਘਰ $4.45 ਮਿਲੀਅਨ ਦਾ ਇਹਨਾਂ ਨੇ ਖਰੀਦਣ ਦੀ ਗੱਲਬਾਤ ਕੀਤੀ ਸੀ। ਤੇ ਜਦੋਂ ਘਰ ਬਾਅਦ ਦੇ ਵਿੱਚ ਵਿਕਿਆ ਉਹ 3.48 ਦਾ।
ਹੁਣ $1 ਮਿਲੀਅਨ ਉਹਨਾਂ ਨੂੰ ਸਸਤਾ ਵੇਚਣਾ ਪਿਆ। ਕਿਉਂ ਸਸਤਾ ਵੇਚਣਾ ਪਿਆ? ਕਿਉਂਕਿ ਇਹ 4.4 ਦਾ ਕਹਿਣ ਤੋਂ ਬਾਅਦ ਮੁੱਕਰ ਗਏ ਸੀ ਤੇ ਉਹ ਹੁਣ ਇਹਨਾਂ ਦੇ ਸਿਰ ਪਾਇਆ ਗਿਆ ਕਿ ਪਲੱਸ ਸਾਡੀ ਲੀਗਲ ਕਾਸਟ ਤੇ ਪਲੱਸ ਜਿੰਨਾ ਇਹ ਸਾਨੂੰ ਇਸ ਘਰ ਨੂੰ ਵੇਚਣ ਦੇ ਵਿੱਚ ਘਾਟਾ ਪਿਆ ਇਹ ਤੁਸੀਂ ਦਿਓ। ਇੱਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਅੱਜ ਕੱਲ੍ਹ ਸਮੇਂ ਦੇ ਵਿੱਚ ਸਾਹਮਣੇ ਆ ਰਹੀਆਂ ਆ, ਜਿਹਦੇ ਵਿੱਚ ਪਤਾ ਲੱਗ ਰਿਹਾ ਕਿ ਤੁਸੀਂ ਆਪਣਾ ਕੰਟਰੈਕਟ ਕਰਕੇ ਬਾਅਦ ਦੇ ਵਿੱਚ ਮੁੱਕਰ ਨਹੀਂ ਸਕਦੇ। ਤੁਸੀਂ ਜਿਹੜਾ ਰੀਅਲ ਸਟੇਟ ਬੋਰਡ ਆ ਉਹਦੇ ਨਾਲ ਕਾਨੂੰਨੀ ਤੌਰ 'ਤੇ ਉਸ ਜਿਹੜਾ ਉਹਦੇ ਵਿੱਚ ਵੱਜ ਜਾਂਦੇ ਹੋ, ਫਿਰ ਤੁਹਾਡੇ ਲਈ ਬਾਹਰ ਜਾਣਾ ਮੁਸ਼ਕਿਲ ਹੁੰਦਾ। ਜੇ ਕੱਲ੍ਹ ਉਹ ਘਰ ਸਸਤੇ ਹੋ ਜਾਂਦੇ ਆ, ਤੁਹਾਨੂੰ ਸਸਤਾ ਕਰਕੇ ਘਰ ਮਾਲਕ ਨੂੰ ਵੇਚਣਾ ਪੈਂਦਾ, ਉਹ ਵੀ ਤੁਹਾਡੇ ਸਿਰ ਪਊਗਾ ਅਤੇ ਤੁਹਾਡਾ ਜਿਹੜਾ ਲੀਗਲ ਕਾਸਟ ਉਹ ਵੀ ਤੁਹਾਡੇ ਸਿਰ ਪੈ ਸਕਦੀ ਆ। ਇਸ ਵੇਲੇ NDP ਦੀ ਸਰਕਾਰ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਤੇ ਡੇਵਿਡ ਈਬੀ ਸਾਡੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਦੀ ਕਾਫੀ ਚਰਚਾ ਹੈ ਹਰ ਪਾਸੇ। ਜਿੱਥੇ ਡੇਵਿਡ ਈਬੀ ਦੀ ਚਰਚਾ ਹੈ ਉੱਥੇ BC ਲਿਬਰਲ ਦੀ ਵੀ ਚਰਚਾ ਹੈ। BC ਲਿਬਰਲ ਦੀ ਚਰਚਾ ਇਸ ਕਰਕੇ ਆ ਕਿ ਕੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਵਿਰੋਧੀ ਧਿਰ ਕੋਈ ਮਜ਼ਬੂਤ ਵਿਰੋਧੀ ਧਿਰ ਹੈਗੀ ਆ, ਜਾਂ BC ਲਿਬਰਲ ਨੂੰ ਜਦੋਂ ਦੇ ਨਵੇਂ ਲੀਡਰ ਕੈਵਨ ਫਾਲਕਨ ਮਿਲੇ ਆ ਇਹਨਾਂ ਨੇ ਕੁਛ ਕੀਤਾ ਆ, ਜਾਂ ਇਹਨਾਂ ਦੇ ਆਉਣ ਦੇ ਨਾਲ ਕੁਛ ਤਬਦੀਲੀ ਵਾਪਰੀ ਆ, ਜਾਂ ਜੇ ਅਗਲੇ ਸਾਲ ਇਲੈਕਸ਼ਨ ਅਨਾਊਂਸ ਕਰ ਦਿੰਦੇ ਆ NDP ਤਾਂ ਕੀ BC ਲਿਬਰਲ ਤਿਆਰ ਆ ਇਸ ਵੇਲੇ? ਇਹਨਾਂ ਕੋਲੇ ਮਤਲਬ ਜਿਹੜੇ ਕੈਂਡੀਡੇਟਸ ਜਾਂ ਪੂਰਾ ਇਹਨਾਂ ਕੋਲੇ ਆਪਣਾ ਪ੍ਰਬੰਧ ਹੈਗਾ ਆ। ਸੋ BC ਲਿਬਰਲ ਦੀ ਫਰਵਰੀ ਦੇ ਵਿੱਚ ਇਹ ਆਪਣੀ ਲੀਡਰਸ਼ਿਪ ਦੀ ਰੇਸ ਜਿੱਤ ਗਿਆ ਸੀ ਕੈਵਨ ਫਾਲਕਨ, ਅਤੇ ਉਹਦੇ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਵੀ ਹੁਣ ਮੈਂ ਪਾਰਟੀ ਦਾ ਨਾਮ ਬਦਲ ਦੇਣਾ। ਪਾਰਟੀ ਦਾ ਨਾਮ ਬਦਲਣ ਦੇ ਲਈ ਮੁੜ ਕੇ ਇਹਨਾਂ ਦੀ ਆਪਸ ਦੇ ਵਿੱਚ ਕਨਵੈਨਸ਼ਨ ਹੋਈ ਸੀ, ਉੱਥੇ ਬਹੁਤ ਗਿਣਤੀ ਨੇ ਕਿਹਾ ਵੀ ਹਾਂਜੀ ਬਦਲ ਲਓ, ਅਤੇ BC ਯੂਨਾਈਟਿਡ ਕਰਕੇ ਸ਼ਾਇਦ ਇਹ ਜਿਹੜਾ ਨਾਂ ਸੀ ਇਹ ਸਾਹਮਣੇ ਆ ਗਿਆ। ਹੁਣ ਰੌਲਾ ਇਹ ਪੈ ਰਿਹਾ ਵੀ ਇਹ ਅਗਲੀ ਜਿਹੜੀ ਚੋਣ ਮੰਨ ਲਓ NDP ਅਨਾਊਂਸ ਕਰ ਦਿੰਦੀ ਆ ਸਨੈਪ ਇਲੈਕਸ਼ਨ, ਇਹ ਕਹਿ ਰਹੇ ਆ NDP ਵਾਲੇ ਕਿ ਅਸੀਂ ਨਹੀਂ ਕਰਨੀ ਕਿਉਂਕਿ ਸਾਰੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਨੇ, ਉਹ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਆ, ਔਰ ਬੜਾ ਵਧੀਆ ਸਾਰੀ ਇਕੋਨਮੀ ਸੂਬੇ ਦੀ, ਅਤੇ ਕਈ ਕੇਸਿਸ ਦੇ ਵਿੱਚ ਇਹ ਇਸ ਵੇਲੇ ਮਤਲਬ ਠੀਕ ਠਾਕ ਚੱਲ ਰਿਹਾ। ਪਰ ਜਿਹੜੇ ਰਾਜਸੀ ਮਾਹਰ ਨੇ ਜਾਂ ਵਿਸ਼ਲੇਸ਼ਕ ਨੇ ਉਹ ਇਸ ਗੱਲ ਦੇ ਉੱਤੇ ਦੁਬਿਧਾ 'ਚ ਨੇ ਕਿ ਜੇ ਅੱਜ ਇਹ ਅਨਾਊਂਸ ਕਰ ਦੇਣ ਕਿ ਕੱਲ੍ਹ ਇਲੈਕਸ਼ਨ ਹੋਣੀ ਹੈ ਤਾਂ ਕੀ ਇਹ BC ਲਿਬਰਲ ਦੇ ਨਾਂ ਥੱਲੇ ਇਲੈਕਸ਼ਨ ਹੋਊਗੀ ਜਾਂ ਜਿਹੜਾ ਇਹਨਾਂ ਨੇ ਨਵਾਂ ਨਾਂ ਰੱਖਣਾ ਉਹਦੇ ਨਾਂ ਥੱਲੇ ਹੋਊਗੀ। ਕੈਵਨ ਫਾਲਕਨ ਇਹ ਕਹਿੰਦੇ ਆ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ, ਨਾ ਜਿਹੜਾ ਮਰਜ਼ੀ ਹੋਵੇ ਅਸੀਂ ਇਲੈਕਸ਼ਨ ਲਈ ਤਿਆਰ। ਸੋ ਇਸ ਵੇਲੇ ਕਾਫੀ ਕੁਛ ਬਦਲਿਆ ਆ ਇਸ ਸਾਰੇ ਕੁਛ ਦੇ ਵਿੱਚ। ਜਿਹੜਾ ਪ੍ਰੋਵਿੰਸ ਦਾ ਪੋਲੀਟੀਕਲ ਅਰੀਨਾ ਆ, ਜਿਹੜਾ ਪਰਿਦ੍ਰਿਸ਼ ਆ ਸਾਡਾ, ਉਹਦੇ ਵਿੱਚ ਜਦੋਂ ਦਾ ਇਹ ਸਾਰਾ ਜਿਹੜਾ ਵਾਪਰਿਆ ਆ ਵੀ 13 ਦੇ ਵਿੱਚ ਜਿਹੜਾ ਸੀਗੇ ਪਹਿਲਾਂ ਕੈਵਨ ਫਾਲਕਨ ਆਪਣੇ ਕੈਬਨਿਟ ਦੇ ਵਿੱਚ ਵੀ ਰਹੇ ਆ, ਪ੍ਰੀਮੀਅਰ ਗੋਰਡਨ ਕੈਂਪਬੈਲ ਦੇ, ਫਿਰ ਕਲਿਸਟੀ ਕਾਰਕ ਦੀ ਕੈਬਨਿਟ ਦੇ ਵਿੱਚ ਵੀ ਰਹੇ ਆ, ਫਿਰ ਥੋੜ੍ਹਾ ਚਿਰ ਇਹ ਚਲੇ ਗਏ ਸੀ ਜਦੋਂ ਲੰਬਾ ਸਮਾਂ, ਦੁਬਾਰਾ ਫਿਰ ਵਾਪਸ ਆਏ ਆ, ਅਤੇ ਹੁਣ ਸਿੱਧਾ ਮੁਕਾਬਲਾ ਜਿਹੜਾ ਆ ਇਹਨਾਂ ਦੇ ਵਿੱਚ ਆ ਕਿ ਡੇਵਿਡ ਈਬੀ ਵਧੀਆ ਲੀਡਰ ਸਾਬਤ ਹੁੰਦੇ ਆ ਜਾਂ ਕੈਵਨ ਫਾਲਕਨ ਵਧੀਆ ਲੀਡਰ ਸਾਬਤ ਹੁੰਦੇ ਆ। ਸੋ ਇਸ ਵੇਲੇ ਜਿਹੜੀ ਗੱਲਬਾਤ ਆ ਕਿ ਕਿਹੜੀ ਨਾਂ ਦੇ ਥੱਲੇ ਇਲੈਕਸ਼ਨ ਅਗਲੀ ਲੜੀ ਜਾਂਦੀ ਆ। ਕੈਵਨ ਫਾਲਕਨ ਨੇ ਬਹੁਤ ਸਾਰੇ ਅਟੈਕ BC NDP ਦੇ ਉੱਤੇ ਕੀਤੇ, ਲਗਾਤਾਰ ਕਰਦੇ ਆ ਰਹੇ, ਔਰ ਜਿਹੜੀ ਦੁੱਖ ਦੀ ਰਗ ਆ ਉਹਦੇ ਉੱਤੇ ਹੱਥ ਰੱਖਦੇ ਆ ਰਹੇ ਵੀ ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਆ ਬੁਰੀ ਤਰ੍ਹਾਂ ਟੁੱਟ ਚੁੱਕਾ, ਆ ਹੋ ਚੁੱਕਾ, ਸਾਰੀਆਂ ਗੱਲਾਂ ਉਹਨਾਂ ਨੇ ਮਤਲਬ ਜਿੰਨੀ ਸਖਤ ਤਰੀਕੇ ਦੇ ਨਾਲ ਕੈਵਨ ਫਾਲਕਨ ਨੇ NDP ਦੀ ਆਲੋਚਨਾ ਕੀਤੀ ਆ, ਔਰ ਉਨੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਜਵਾਬ ਇਹਨਾਂ ਨੂੰ ਹੁਣ ਦੇ ਜਿਹੜੇ ਸਾਡੇ ਪ੍ਰੀਮੀਅਰ ਨੇ ਡੇਵਿਡ ਈਬੀ ਦੇ ਰਹੇ ਆ। ਆਪਣੇ ਇੱਕ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤੇ, ਔਰ ਜਿਸ ਕਿਸਮ ਦੀਆਂ ਉਹ ਅਨਾਊਂਸਮੈਂਟਾਂ ਕਰ ਰਹੇ ਆ, ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਅਜੇ ਵੀ ਕਿਤੇ ਨਾ ਕਿਤੇ NDP ਦਾ ਜਿਹੜੇ ਨਵੇਂ ਪ੍ਰੀਮੀਅਰ ਨੇ ਇਹਨਾਂ ਦਾ ਹੱਥ ਉੱਤੇ ਦੱਸਿਆ ਜਾ ਰਿਹਾ, ਅਤੇ ਕੋਈ ਐਡਾ ਵੱਡਾ ਚੈਲੰਜ ਜਿਹੜਾ ਕੈਵਨ ਫਾਲਕਨ ਫਿਲਹਾਲ ਇਹਨਾਂ ਦੇ ਸਾਹਮਣੇ ਨਜ਼ਰ ਨਹੀਂ ਆ ਰਿਹਾ। ਇਹ ਗੱਲ ਕਿਉਂ ਕੀਤੀ ਜਾ ਰਹੀ ਹੈ? ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲੀਡਰ ਬਹੁਤ ਸਾਰੇ ਇੱਕਦਮ ਇਹਨਾਂ ਦੇ ਲਿਬਰਲ ਪਾਰਟੀ ਦੇ ਬਦਲੇ ਆ। ਉਹਦੇ ਤੋਂ ਬਾਅਦ ਖਾਸ ਕਰ ਜਿਹੜਾ ਲੋਅਰ ਮੇਨਲੈਂਡ ਦੇ ਵਿੱਚ ਜਿੱਥੇ ਬਹੁਤ ਸਾਰੇ ਪੰਜਾਬੀ ਜਿਹੜੇ MLA ਨੇ NDP ਦੇ, ਉੱਥੇ BC ਲਿਬਰਲ ਨੂੰ ਬੰਦਾ ਵੀ ਨਹੀਂ ਸੀ ਮਿਲ ਰਿਹਾ ਕਿ ਇਹਨਾਂ ਨੇ ਕਿਹਨੂੰ ਖੜੇ ਕਰਨਾ ਹੈ ਜਾਂ ਕੀ ਹਾਲਤ ਸੀ। ਸੋ ਹੁਣ ਇਹ ਡਾਊਟ ਇਹ ਕੀਤੀ ਜਾ ਰਹੀ ਕਿ ਕੀ ਹੁਣ ਸਾਰਾ ਕੁਝ ਹੋਣ ਤੋਂ ਬਾਅਦ, ਲੀਡਰ ਬਦਲਣ ਤੋਂ ਬਾਅਦ ਗੱਲ ਜਿਹੜੀ ਪੈਟਰਨ ਦੇ ਉੱਤੇ ਆ ਜਾਂ ਹੁਣ ਹੈਗਾ ਆ। ਸੋ ਇਸ ਵੇਲੇ ਇਹ ਤਾਂ ਕਲੀਅਰ ਨਹੀਂ ਹੈ ਕਿ ਕਿਸ ਕਿਸਮ ਦੇ ਨਾਲ ਹੋਣਾ। BC ਲਿਬਰਲਸ ਜਿਹੜੇ ਇਸ ਵੇਲੇ ਵਿਚਕਾਰ ਨੇ ਨਾਂ ਚੇਂਜ ਦੇ, ਜਾਂ ਤਾਂ BC ਯੂਨਾਈਟਿਡ ਹੋ ਸਕਦੇ ਆ ਜਾਂ ਉਹ BC ਲਿਬਰਲ ਹੋ ਸਕਦੇ ਆ, ਅਤੇ ਇਹ ਕਹਿੰਦੇ ਵੀ ਆ ਸਪਰਿੰਗ ਜਿਹੜੀ ਉਹਦੇ ਵਿੱਚ ਫੈਸਲਾ ਹੋਊਗਾ, ਉਦੋਂ ਤੱਕ ਉਹ ਕਹਿੰਦੇ ਸਾਨੂੰ ਨਹੀਂ ਕੁਛ ਵੀ ਅਸੀਂ ਕਹਿ ਸਕਦੇ। ਅਤੇ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਕੈਵਨ ਫਾਲਕਨ ਨੇ ਉਹ ਵੀ ਕਹਿ ਰਹੇ ਆ ਕਿ ਅਸੀਂ ਪਾਰਟੀ ਇਸ ਵੇਲੇ ਕੈਂਡੀਡੇਟਸ ਨੂੰ ਨਾਂ ਦੇਣਾ ਸ਼ੁਰੂ ਕਰੂਗੀ, ਕਿਉਂਕਿ ਅਗਲੇ ਸਾਲ ਦੱਸਦੇ ਆ ਕਿ ਹੋ ਸਕਦਾ ਇਲੈਕਸ਼ਨ ਹੋ ਜਾਵੇ ਜਿਹੜੀ ਪ੍ਰੋਵਿੰਸ਼ੀਅਲ ਆ ਸਾਡੇ, ਅਤੇ ਉਹਦੇ ਵਿੱਚ ਉਹ ਕਹਿੰਦੇ ਅਸੀਂ ਮਤਲਬ ਲੱਭਣਾ ਸ਼ੁਰੂ ਕਰਨ ਲੱਗੇ ਹਾਂ, ਅਤੇ ਬਾਹਰ ਨਿਕਲ ਰਹੇ ਆ ਕਿ 23 ਦੇ ਵਿੱਚ ਇਹ ਬਾਹਰ ਜਾ ਕੇ ਰਿਕਰੂਟ ਕਰਨਗੇ ਜਿਹੜੇ ਆਊਟਸਟੈਂਡਿੰਗ ਕੈਂਡੀਡੇਟਸ ਆ ਇਹਨਾਂ ਦੇ, ਕੈਵਨ ਫਾਲਕਨ ਦੇ ਕਹਿਣ ਦੇ ਅਨੁਸਾਰ,
ਤੇ ਤਿਆਰੀ ਇਹਨਾਂ ਦੀ ਪੂਰੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਰਟੀ ਮੁੜ ਕੇ ਪੈਰਾਂ ਦੇ ਉੱਤੇ ਖੜੀ ਹੋ ਜਾਵੇ 24 ਦੀ ਇਲੈਕਸ਼ਨ ਦੇ ਲਈ, ਕਿਉਂਕਿ ਡੇਟ ਫਿਕਸਡ ਆ ਪਹਿਲਾਂ ਹੀ। ਪਰ ਉਹ NDP ਪਹਿਲਾਂ 23 ਦੇ ਵਿੱਚ ਵੀ ਅਨਾਊਂਸਮੈਂਟ ਕਰ ਸਕਦੀ ਆ। ਉਹਦੇ ਲਈ ਕੈਵਨ ਫਾਲਕਨ ਇਸ ਵੇਲੇ ਪੂਰਾ ਬਾਹਰ ਨਿਕਲਿਆ। ਆਲੋਚਨਾ ਡੇਵਿਡ ਈਬੀ ਦੀ ਬਹੁਤ ਜ਼ਬਰਦਸਤ ਤਰੀਕੇ ਨਾਲ NDP ਦੀਆਂ ਪਾਲਿਸੀਜ਼ ਦੀ ਕਰਦੇ ਆ, ਪਰ ਉਹਦਾ ਓਨਾ ਹੀ ਜ਼ਬਰਦਸਤ ਤਰੀਕੇ ਨਾਲ ਜਵਾਬ ਜਿਹੜਾ ਆ ਡੇਵਿਡ ਈਬੀ ਇਹਨਾਂ ਨੂੰ ਦੇ ਰਹੇ ਆ। ਦੋਸਤੋ, ਬਹੁਤ ਸਾਰੇ ਲੋਕ ਨੇ ਜਿਹੜੇ ਕਈ ਕਿਸਮ ਦੀਆਂ ਗਲਤ ਹਰਕਤਾਂ ਕਰਦੇ ਆ, ਖਾਸ ਕਰ ਬੱਚਿਆਂ ਦੇ ਨਾਲ। ਘੱਟ ਉਮਰ ਦੇ ਨਿਆਣੇ ਜਿਹੜੇ ਨੇ, ਬੱਚੀਆਂ ਕੁੜੀਆਂ ਦੇ ਨਾਲ, ਔਰ ਇਹ ਬਹੁਤਾ ਕੁਛ ਹੁਣ ਪਬਲਿਕਲੀ ਨਹੀਂ ਹੁੰਦਾ ਜਾਂ ਮਤਲਬ ਫਿਜ਼ੀਕਲੀ ਨਹੀਂ ਹੁੰਦਾ, ਇਹ ਔਨਲਾਈਨ ਜ਼ਿਆਦਾ ਹੁੰਦਾ। ਔਨਲਾਈਨ ਕੁਛ ਨਾ ਕੁਛ ਬਣ ਕੇ ਇਹਨਾਂ ਨੂੰ ਨਿਆਣਿਆਂ ਨੂੰ ਵਰਗਲਾ ਲੈਂਦੇ ਆ ਅਤੇ ਫਿਰ ਉਹਨਾਂ ਕੋਲੋਂ ਗਲਤ ਕੰਮ ਕਰਾਉਂਦੇ ਆ। ਅਤੇ ਫਿਰ ਜਿਹੜਾ ਹੁਣ ਇੱਕ ਵਿਅਕਤੀ ਨੂੰ ਐਡਮਿੰਟਨ ਦੇ ਵਿੱਚ ਚਾਰਜ ਕੀਤਾ ਗਿਆ ਸੈਕਸ਼ੂਅਲ ਅਬਿਊਜ਼ਿੰਗ ਦੇ ਲਈ, ਬੱਚਿਆਂ ਦੇ ਲਈ। ਤੇ ਦੱਸਦੇ ਆ ਕਿ 100 ਤੋਂ ਜ਼ਿਆਦਾ ਕੁੜੀਆਂ ਨੂੰ ਇਹਨੇ ਨਿਸ਼ਾਨਾ ਬਣਾਇਆ ਆਪਣਾ। ਇਨਵੈਸਟੀਗੇਟਰਸ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ। ਇਮੇਸ਼ ਰਤਨਾਇਕ ਇਹਦਾ ਨਾਂ ਦੱਸਿਆ ਜਾ ਰਿਹਾ। ਇਹਨੂੰ ਜੁਲਾਈ ਦੇ ਵਿੱਚ ਚਾਰਜ ਕੀਤਾ ਸੀ ਅਤੇ ਜਿਹੜਾ 6 ਬੱਚਿਆਂ ਦੇ ਨਾਲ ਇਸ ਕਿਸਮ ਦੀ ਗੱਲਬਾਤ ਦੇ ਲਈ, ਅਤੇ ਜਿਹਦੇ ਵਿੱਚੋਂ ਜਿਹੜਾ ਸਭ ਤੋਂ ਘੱਟ ਉਮਰ ਦੀ ਕੁੜੀ 11 ਸਾਲ ਤੱਕ ਦੀ ਬੱਚੀ ਵੀ ਸੀਗੀ ਜਿਹਨੂੰ ਇਹਨੇ ਟਾਰਗੇਟ ਕੀਤਾ ਸੀ। ਇਹਦੇ 'ਤੇ ਹੋਰ ਵੀ ਬਹੁਤ ਸਾਰੇ ਜਿਹੜੇ ਚਾਈਲਡ ਐਕਸਪਲੋਇਟੇਸ਼ਨ ਦੇ ਚਾਰਜਸ ਲੱਗੇ ਆ। 6 ਪਹਿਲਾਂ ਜਿਹੜੇ ਆਇਡੈਂਟੀਫਾਈਡ ਚਿਲਡਰਨ ਸੀਗੇ ਉਹਦੇ ਨਾਲ ਸੰਬੰਧਿਤ ਸੀਗੇ। ਕਈ ਮਹੀਨੇ ਲੰਬੀ ਇਨਵੈਸਟੀਗੇਸ਼ਨ ਚੱਲੀ ਸੀ ਅਲਬਰਟਾ ਲਾਅ ਇਨਫੋਰਸਮੈਂਟ ਰਿਸਪੌਂਸ ਟੀਮ ਨੇ, ਅਤੇ ਜਿਹੜੇ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਆ ICU ਉਹਨਾਂ ਨੇ ਵੀ ਕੀਤੀ ਸੀ। ਜਿਹੜਾ ਰਤਨਾਇਕ ਆ, ਇਹ ਦੱਸਦੇ ਆ ਕਿ ਇਹਨੂੰ ਦੁਬਾਰਾ ਫੜਿਆ ਹੁਣ 9 ਦਸੰਬਰ ਨੂੰ, ਕਸਟਡੀ ਦੇ ਵਿੱਚ ਆ। ਨਵੇਂ ਚਾਰਜਿਸ ਦੇ ਤੇ ਸੈਕਸੁਅਲ ਅਸੌਲਟ ਅਤੇ ਬੱਚਿਆਂ ਨੂੰ ਜਿਹੜੇ ਪੋਰਨੋਗ੍ਰਾਫੀ ਦੇ ਲਈ ਉਕਸਾਉਣ ਦੇ ਮਾਮਲੇ ਦੇ ਵਿੱਚ ਇਹਨੂੰ ਚਾਰਜ ਕੀਤਾ ਗਿਆ। ਸਨੈਪਚੈਟ ਇੱਕ ਐਪ ਆ, ਜਿਹਦਾ WhatsApp ਆ, Facebook ਆ, Instagram ਆ, ਇਸੇ ਤਰ੍ਹਾਂ ਜਿਹੜੇ ਯੂਥ ਆ, ਯੰਗ ਨਿਆਣੇ ਨੇ, ਇਹਨਾਂ ਦੇ ਬੱਚੇ ਨੇ, ਇਹਨਾਂ ਦੇ ਵਿੱਚ ਸਨੈਪਚੈਟ ਬਹੁਤ ਇੱਕ ਫੇਮਸ ਜਿਹੜੀ ਐਪ ਆ, ਸ਼ਾਇਦ ਸਭ ਤੋਂ ਵੱਧ ਫੇਮਸ ਇਹਨਾਂ ਦੇ ਵਿੱਚ ਸਨੈਪਚੈਟ ਹੀ ਆ। ਉਹਦੇ ਉੱਤੇ ਜਿਹੜੇ ਇਹਨਾਂ ਬੱਚਿਆਂ ਨੂੰ, ਉਹਦੇ ਥਰੂ ਇਹਨਾਂ ਬੱਚਿਆਂ ਨੂੰ ਸੈਕਸਫੁਲੀ ਐਕਸਪਲੋਇਟ ਕੀਤਾ ਦੱਸਿਆ ਜਾ ਰਿਹਾ। ਅਤੇ ਹੁਣ ਇਹ ਸਾਰਾ ਡਾਟਾ ਇਹਦੇ ਕੋਲੋਂ ਮਿਲਿਆ ਹੈ ਅਤੇ ਉਹਦੇ ਵਿੱਚ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਬੱਚਿਆਂ ਦੇ ਨਾਲ ਫਰੈਂਡਲੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਹਨਾਂ ਦੇ ਅੰਦਰ ਕੀ ਚੱਲ ਰਿਹਾ, ਕੀ ਕੋਈ ਉਹਨਾਂ ਨੂੰ ਤੰਗ ਕਰ ਰਿਹਾ, ਪਰੇਸ਼ਾਨ ਕਰ ਰਿਹਾ, ਗਲਤ ਕੰਮ ਦੇ ਵਿੱਚ ਜਿਹੜਾ ਖਿੱਚ ਰਿਹਾ ਆ, ਜਾਂ ਉਹਨਾਂ ਨੂੰ ਕੀ ਕੇਸ ਕਿਸਮ ਦਾ ਕੀਤਾ ਜਾ ਰਿਹਾ। ਉਹਨਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਬੱਚਿਆਂ ਦੇ ਨਾਲ ਇਸ ਕਿਸਮ ਦੀਆਂ ਗਲਤ ਹਰਕਤਾਂ ਕਰਦੇ ਆ। ਇਨਵੈਸਟੀਗੇਟਰ ਜਿਹਦੇ ਵਿੱਚ ਫੋਰੈਂਸਿਕ ਟੈਕਨੀਸ਼ੀਅਨ ਵੀ ਨੇ, ਅਤੇ ਉਹਨਾਂ ਨੇ ਐਗਜ਼ਾਮਿਨ ਕੀਤੀਆਂ ਕਈ ਹਜ਼ਾਰਾਂ ਵੀਡੀਓ ਅਤੇ ਜੇ ਇਮੇਜਸ ਨੇ ਜਿਨ੍ਹਾਂ ਤੋਂ ਬਾਅਦ ਫਿਰ ਇਹਨਾਂ ਬੱਚਿਆਂ ਦੀ ਪਛਾਣ ਕੀਤੀ ਗਈ ਅਤੇ ਉੱਧਰਲੇ ਪਾਸੇ ਜਿਹੜੀ ਸਾਰੀ ਗੱਲਬਾਤ ਤੁਰੀ ਆ। ਉਹਨਾਂ ਦੇ ਉੱਤੇ ਤੁਹਾਨੂੰ ਨਿਗਾਹ ਰੱਖਣ ਦੀ ਲੋੜ ਆ, ਜਿਸ ਤਰੀਕੇ ਦੇ ਨਾਲ ਰੱਖੀ ਜਾ ਸਕਦੀ ਆ, ਕਿਉਂਕਿ ਕਈ ਜਿਹੜੇ ਲੋਕ ਨੇ ਇਸ ਪਾਸੇ ਜਿਹੜੇ ਜਿਵੇਂ ਇੱਥੇ ਕਰੀਪ ਕੈਚਰ ਸੀਗੇ ਸਰੀ ਦੇ ਵਿੱਚ ਵੀ, ਉਹਨਾਂ ਨੇ ਕਈ ਤਰੀਕੇ ਦੀ ਵਰਤ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ। ਗਲਤ ਕਿਸਮ ਦੇ ਬੰਦਿਆਂ ਨੂੰ ਕਰੀਪ ਕੈਚਰ ਕੀ ਕਰਦੇ ਸੀ, ਇਸ ਕਿਸਮ ਦੇ ਬੰਦੇ ਜਿਹੜੇ ਜਿਹੜਾ 21 ਸਾਲਾਂ ਦਾ ਵਿਅਕਤੀ ਹੈ ਜਿਹਨੇ ਇੰਨੇ ਬੱਚਿਆਂ ਨੂੰ ਸੈਕਸੁਅਲੀ ਐਕਸਪਲੋਇਟ ਕੀਤਾ ਆ, ਇਹ ਕੀ ਕਰਦੇ ਸੀ, ਜਿਹੜੇ ਇੱਕ ਇੱਥੇ ਆਪੇ ਹੀ ਬਣਿਆ ਗਰੁੱਪ ਸੀ, ਉਹ ਆਪਣੇ ਆਪ ਨੂੰ ਕੁੜੀ ਬਣ ਜਾਂਦੇ ਸੀ ਕਿ ਮੈਂ ਕੁੜੀ ਹਾਂ ਅਤੇ ਮੇਰੀ ਉਮਰ ਅੰਡਰ ਏਜ ਦੀ ਆ, ਮਤਲਬ 15 ਸਾਲ 11 ਸਾਲ ਦੀ ਉਮਰ ਆਪਣੀ ਦੱਸ ਦਿੰਦੇ ਸੀ। ਅਤੇ ਮੋਹਰੇ ਜਿਹੜੇ ਲੋਕ ਆ ਉਹ ਬੈਠੇ ਲੱਭ ਰਹੇ ਆ ਉੱਥੇ ਇੰਟਰਨੈਟ ਦੇ ਉੱਤੇ, ਅਤੇ ਉਹ ਉਹਨਾਂ ਦੇ ਨਾਲ ਫਿਰ ਦੋਸਤੀ ਪਾ ਕੇ ਤੇ ਕਹਿੰਦੇ ਸੀ ਵੀ ਆਪਾਂ ਮਤਲਬ ਜਿਹੜੀ ਏਜ ਤੋਂ ਘੱਟ ਏਜ ਵਾਲੇ ਬੱਚਿਆਂ ਦੇ ਨਾਲ ਵੀ ਉਹ ਦੋਸਤੀ ਪਾਉਣ ਨੂੰ ਅਤੇ ਸਾਰਾ ਕੁਛ ਕਰਨ ਦੇ ਲਈ ਤਿਆਰ ਹੋ ਜਾਂਦੇ ਸੀ। ਫਿਰ ਉਹਨਾਂ ਨੂੰ ਸੱਦ ਲੈਂਦੇ ਸੀ ਇਹ ਬੰਦੇ ਜਿਹੜੇ ਕਿ ਆਪ ਕੁੜੀ ਬਣ ਕੇ ਉਹਦੇ ਉੱਤੇ ਐਕਟਿੰਗ ਕਰ ਰਹੇ ਹੁੰਦੇ ਸੀ, ਅਤੇ ਫਿਰ ਉੱਥੇ ਉਹਨਾਂ ਨੂੰ ਸੱਦ ਕੇ ਅਤੇ ਫਿਰ ਲਾਈਵ ਵੀਡੀਓ ਬਣਾ ਕੇ ਅਤੇ ਲੋਕਾਂ ਦੇ ਵਿੱਚ ਕਰਕੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਨੰਗਿਆਂ ਕੀਤਾ ਜਾਂਦਾ ਸੀ ਕਿ ਆਹ ਲੋਕ ਵੀ ਨੇ ਜਿਹੜੇ ਆਹ ਕੰਮ ਇੱਥੇ ਕਰ ਰਹੇ ਆ। ਜਿਹੜੇ ਸਾਈਬਰ ਸਿਕਿਉਰਿਟੀ ਐਕਸਪਰਟਸ ਨੇ ਉਹ ਵੀ ਦੱਸ ਰਹੇ ਆ ਕਿ ਜਿਹੜੀ ਔਨਲਾਈਨ ਐਪੀਡੈਮਿਕ ਇੱਕ ਸੈਕਸ਼ੂਅਲ ਐਕਸਪਲੋਇਟੇਸ਼ਨ ਦੀ ਬੱਚਿਆਂ ਦੇ ਵਿੱਚ ਚੱਲ ਰਹੀ ਆ, ਬੱਚਿਆਂ ਦੇ ਉੱਤੇ ਨਿਗਾਹ ਰੱਖਣ ਦੀ ਲੋੜ ਆ। ਤੁਹਾਡੇ ਬੱਚੇ ਨੂੰ ਕੋਈ ਇਸ ਤਰ੍ਹਾਂ ਦਾ ਵਿਅਕਤੀ ਸ਼ਿਕਾਰ ਨਾ ਬਣਾ ਰਿਹਾ ਹੋਵੇ। ਇੱਕ ਮਹਾਂਮਾਰੀ ਸਾਨੂੰ ਕੋਵਿਡ ਦੀ ਬਾਹਰ ਦਿਸਦੀ ਸੀ, ਇੱਕ ਮਹਾਂਮਾਰੀ ਜਿਹੜੀ ਔਨਲਾਈਨ ਚੱਲ ਰਹੀ ਹੈ ਜਿਹਦੇ ਬਾਰੇ ਸਾਨੂੰ ਨਹੀਂ ਪਤਾ, ਪਰ ਜਿਹੜੇ ਬੱਚੇ ਇਹਦੇ ਵਿੱਚ ਇਨਵੋਲਵ ਨੇ ਕਈ ਵਾਰੀ ਉਹ ਇਹਦਾ ਸ਼ਿਕਾਰ ਹੋ ਜਾਂਦੇ ਨੇ। ontario ਦੇ ਵਿੱਚ ਅਲਬਰਟਾ ਦੇ ਵਿੱਚ ਇਸ ਵਿਅਕਤੀ ਦਾ ਫੜਿਆ ਜਾਣਾ ਅਤੇ ਇਹਦੇ ਉੱਤੇ ਚਾਰਜ ਲਾਉਣਾ ਇੱਕ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ। ਕਈ ਵਾਰੀ ਅਸੀਂ ਇਹ ਗੱਲਬਾਤ ਸਾਂਝੇ ਕਰਦੇ ਹਾਂ ਕਿ ਇਸ ਵੇਲੇ ਸੰਕਟ ਦੇ ਵਿੱਚ ਆ ਸਾਡਾ ਹੈਲਥ ਕੇਅਰ ਸਿਸਟਮ, ਜਿਹਦੇ 'ਤੇ ਜਿਹੜੀ ਫਲੂ ਅਤੇ ਹੋਰ ਸਾਰੇ ਕੁਛ ਕਰਕੇ ਜਿੰਨੀ ਹਸਪੀਟਲ ਦੀ ਕਪੈਸਿਟੀ ਆ ਉਹਦੇ ਤੋਂ ਜ਼ਿਆਦਾ ਚੱਲ ਰਿਹਾ, ਅਤੇ ਦੂਜਾ ਸਟਾਫ ਹੈ ਨਹੀਂ ਗਾ। ਜਿਹੜਾ ਵੈਨਕੂਵਰ ਦੇ ਵਿੱਚ BC ਜਨਰਲ ਹਸਪੀਟਲ ਆ, BC ਚਿਲਡਰਨ ਹਸਪੀਟਲ ਆ,
ਮਾਫੀ ਚਾਹੁੰਦੇ ਹਾਂ, BC ਚਿਲਡਰਨ ਹਸਪੀਟਲ ਦੇ ਵਿੱਚ ਵੀ ਉਹਨਾਂ ਨੇ ਇੱਕ ਰੂਮ ਦੇ ਵਿੱਚ 2 ਬੈੱਡ ਲਾਉਣ ਦੀ ਆਗਿਆ ਦੇ ਦਿੱਤੀ ਸੀ ਕਿ ਤੁਸੀਂ ਬੰਕ ਬੈਡਿੰਗ ਕਰ ਲਓ, ਜੇ 2 ਬੱਚੇ ਵੀ ਇੱਕ ਰੂਮ ਦੇ ਵਿੱਚ ਰੱਖੇ ਜਾ ਸਕਦੇ, ਕਿਉਂਕਿ ਕਪੈਸਿਟੀ ਇਸ ਵੇਲੇ ਜ਼ਿਆਦਾ ਵੱਧ ਰਹੀ ਹੈ। ਪਰ ਕੁਝ ਥਾਵਾਂ ਦੇ ਉੱਤੇ ਬੜੀਆਂ ਅਜੀਬ ਗੱਲਾਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਸ਼ਾਇਦ ਆਮ ਤੌਰ 'ਤੇ ਕੈਨੇਡਾ ਦੇ ਵਿੱਚ ਵਾਪਰਦੀਆਂ ਨਹੀਂ। 88 ਸਾਲਾ ਔਰਤ ਦੀ ਬੇਟੀ ਨੇ ਇਹ ਗੱਲਬਾਤ ਪਿਛਲੇ ਹਫ਼ਤੇ ਸਾਹਮਣੇ ਲਿਆਂਦੀ ਆ ਨਿਊ ਬਰੰਸਵਿਕ ਤੋਂ। ਨਿਊ ਬਰੰਸਵਿਕ ਦੇ ਹਸਪੀਟਲ ਦੇ ਵਿੱਚ ਉਹ ਗਈ ਤੇ ਉੱਥੇ ਜਗ੍ਹਾ ਹੈ ਨਹੀਂ ਤੇ ਜਿਹੜਾ ਸਟਾਫ ਵੀ ਹੈ ਨਹੀਂ। ਹੈਲਥ ਫੈਸਿਲਿਟੀ ਉੱਥੇ ਬਹੁਤ ਮਤਲਬ ਮਾੜੀ ਹੈ। ਕ੍ਰੇਨ ਟੋਟਰੇ ਦਾ ਨਾਂ ਦੱਸਦੇ ਆ। ਉਹਨੇ ਆਪਣੀ ਮਾਂ ਦੀ ਫੋਟੋ ਖਿੱਚੀ ਆ, ਰੇਨ ਮੈਕਨੇਲ ਦੀ, ਜਿਹੜੀ ਕਿ ਨਿਊ ਬਰੰਸਵਿਕ ਦੇ ਵਿੱਚ ਸਪਲਾਈ ਰੂਮ ਦੇ ਵਿੱਚ ਲੰਮੀ ਪਈ ਆ, ਸੇਂਟ ਜੋਨ ਰੀਜਨਲ ਹਸਪੀਟਲ ਦੇ ਵਿੱਚ। ਮਤਲਬ ਹਾਲਵੇ ਦੇ ਵਿੱਚ ਤੇ ਆਪਾਂ ਦੇਖਿਆ ਸੀ ਵੀ ਮਰੀਜ਼ਾਂ ਨੂੰ ਕਈ ਵਾਰੀ ਪਾ ਦਿੰਦੇ, ਜਿਹਦੇ ਵਿੱਚ ਦੀ ਲੰਘ ਕੇ ਆਪਾਂ ਦੂਜੇ ਰੂਮਸ ਨੂੰ ਜਾਂਦੇ ਆ, ਉੱਥੇ ਬੈੱਡ ਆਮ ਤੌਰ 'ਤੇ ਆਪਾਂ ਨੂੰ ਮਿਲ ਜਾਂਦੇ ਆ। ਪਰ ਸਪਲਾਈ ਰੂਮ ਦੇ ਵਿੱਚ ਜਿੱਥੋਂ ਮਤਲਬ ਦਵਾਈਆਂ ਅਤੇ ਹੋਰ ਚੀਜ਼ਾਂ ਰੱਖੀਆਂ ਜਾਂਦੀਆਂ, ਉੱਥੇ ਜਾ ਕੇ ਮਰੀਜ਼ ਨੂੰ ਉਹਨਾਂ ਨੇ ਲਟਾਇਆ ਸੀ। ਤੇ ਹੁਣ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਦੇ ਨਾਲ ਉਹਦਾ ਇਲਾਜ ਹੋ ਰਿਹਾ ਹੋਊਗਾ। ਤੇ ਦੱਸਦੇ ਆ, ਜਦ ਤੁਸੀਂ ਫੋਟੋ 'ਚ ਦੇਖ ਹੀ ਰਹੇ ਆ, ਜਿਹੜਾ ਪਹਿਲੀ ਫੋਟੋ ਇਹ ਤੋਂ ਪਹਿਲਾਂ ਸੀਗੀ ਕਿ ਕਿੱਦਾਂ ਉਹਦੇ ਦੁਆਲੇ ਦਵਾਈਆਂ ਦੇ ਡੱਬੇ ਪਏ ਆ ਤੇ ਸਾਰਾ ਕੁਝ ਪਿਆ ਤੇ ਉੱਥੇ ਉਹਦਾ ਇਲਾਜ ਕੀਤਾ ਜਾ ਰਿਹਾ। ਇਹ 65 ਸਾਲਾਂ ਦੀ ਔਰਤ ਆ ਜਿਹਨੇ ਆਪਣੀ ਮਦਰ ਦੀ ਫੋਟੋ ਕੀਤੀ ਆ ਸਾਹਮਣੇ, ਤੇ ਉਹਨੇ ਬਹੁਤ ਮਤਲਬ ਇਹ ਕੰਸਰਨ ਦੱਸਿਆ ਕਿ ਇਸ ਵੇਲੇ ਸਟਾਫ ਸ਼ਾਰਟੇਜ ਕਿੰਨੀ ਹੈ ਇੱਥੇ ਤੇ ਕਿਸ ਕਿਸਮ ਦਾ ਮਤਲਬ ਉਹਨਾਂ ਦੇ ਉੱਤੇ ਸਪੇਸ ਸ਼ਾਰਟੇਜ ਕਰਕੇ ਸਿਸਟਮ ਜਿਹੜਾ ਕਿਸ ਤਰੀਕੇ ਦੇ ਨਾਲ ਇਸ ਵੇਲੇ ਟੁੱਟ ਚੁੱਕਾ ਆ ਤੇ ਇਹਨੂੰ ਕਿਸ ਤਰੀਕੇ ਦੇ ਨਾਲ ਠੀਕ ਕੀਤਾ ਜਾ ਸਕਦਾ ਆ। ਸੋ ਭਾਵੇਂ ਸਰਕਾਰਾਂ ਬਹੁਤ ਸਾਰੇ ਪ੍ਰੋਜੈਕਟ ਅਨਾਊਂਸ ਕਰਦੀਆਂ ਆ, ਉਹ ਇਹ ਆਪਣੀ ਮਾਂ ਨੂੰ ਮਿਲਣ ਜਾਂਦੀ ਆ ਤੇ ਜਦੋਂ ਉਹਨੂੰ ਉੱਥੇ ਉਹਨਾਂ ਨੇ ਪਾਇਆ ਸੀ ਉਸ ਥਾਂ ਦੇ ਉੱਤੇ ਤੇ ਉਹਨੂੰ ਉਸ ਰੂਮ 'ਚ ਉਹਦੇ ਰੂਮ 'ਚ ਮੂਵ ਕਰਨ ਤੋਂ ਪਹਿਲਾਂ, ਤੇ ਹੁਣ ਇੱਕ ਹੋਰ ਪੇਸ਼ੈਂਟ ਨੂੰ ਉਹ ਰੂਮ ਚਾਹੀਦਾ ਸੀ ਜਿਹਨੂੰ ਆਕਸੀਜਨ ਚਾਹੀਦੀ ਹੈ, ਤੇ ਆਕਸੀਜਨ ਉਸ ਰੂਮ ਦੇ ਵਿੱਚ ਹੀ ਪ੍ਰੋਪਰ ਦਿੱਤੀ ਜਾ ਸਕਦੀ ਹੈ, ਤੇ ਇਹਦੀ ਮਦਰ ਨੂੰ ਕੱਢ ਕੇ ਸਪਲਾਈ ਰੂਮ ਭੇਜ ਦਿੱਤਾ ਤਾਂ ਉਹਨੂੰ ਉੱਥੇ ਕਦੇ ਤਾਂ ਹੋ ਸਕਦਾ। ਡਾਕਟਰਸ ਨੇ ਆਪਣੇ ਹਿਸਾਬ ਨਾਲ ਜਿਸ ਵਿਅਕਤੀ ਨੂੰ ਜ਼ਿਆਦਾ ਲੋੜ ਆ ਉਹਨੂੰ ਉਹ ਸਹੀ ਕੀਤਾ ਉਹਨਾਂ ਨੇ। ਪਰ ਇਸ ਤਰ੍ਹਾਂ ਸਪਲਾਈ ਰੂਮ ਦੇ ਵਿੱਚ ਜੇਕਰ ਮਰੀਜ਼ ਜਾਣ ਲੱਗ ਪਿਆ, ਉਹ ਵੀ ਕੈਨੇਡਾ ਵਰਗੇ ਐਡਵਾਂਸ ਦੇਸ਼ ਦੇ ਵਿੱਚ, ਦੁਨੀਆ ਦੇ ਕੁਝ ਮੋਹਰੀ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਆ, ਤਾਂ ਕੁਦਰਤੀ ਤੌਰ ਦੇ ਉੱਤੇ ਇਹ ਸੱਚਮੁੱਚ ਚਿੰਤਾ ਵਾਲੀ ਗੱਲ ਆ ਕਿ ਕੁਛ ਨਾ ਕੁਛ ਕਰਨਾ ਚਾਹੀਦਾ। ਉਹ ਔਰਤ ਕਹਿੰਦੀ ਵੀ ਮੈਂ ਰੋ ਰਹੀ ਸੀ ਆਪਣੀ ਮਾਂ ਨੂੰ ਦੇਖ ਕੇ, ਤੇ ਨਰਸ ਨੇ ਉਹਨੂੰ ਪੁੱਛਿਆ ਵੀ ਕੀ ਠੀਕ ਹੈ ਇਹ ਇੱਥੇ, ਵੀ ਤੂੰ ਠੀਕ ਆ ਜਿਹੜਾ ਰੋ ਰਹੀ ਆ? ਤੇ ਉਹਨੇ ਕਿਹਾ ਵੀ ਮੈਂ ਠੀਕ ਨਹੀਂ ਆ। ਉਹਨੇ ਮਤਲਬ ਜੋ ਉਹਨੂੰ ਕਿਹਾ ਕਿ ਨੋ ਆਮ ਨਾਟ ਓਕੇ, ਤੇ ਉਹ ਵੈਸੇ ਵੀ ਠੀਕ ਨਹੀਂ, ਤੇ ਜਿਸ ਤਰ੍ਹਾਂ ਉਹਦੀ ਮਾਤਾ ਨੂੰ ਉਸ ਸਪਲਾਈ ਰੂਮ ਦੇ ਵਿੱਚ ਪਾਇਆ ਗਿਆ, ਇਸ ਗੱਲ ਤੋਂ ਵੀ ਉਹ ਨਾਰਾਜ਼ ਸੀ ਤੇ ਦੁਖੀ ਸੀ। ਤੇ ਇਸ ਤਸਵੀਰ ਦੇ ਨਾਲ ਉਹਨੇ ਇੱਕ ਤਰੀਕੇ ਦੇ ਨਾਲ ਸਾਡੇ ਹੈਲਥ ਕੇਅਰ ਸਿਸਟਮ ਦੀ ਤਸਵੀਰ ਵੀ ਦੁਨੀਆ ਦੇ ਨਾਲ ਸਾਂਝੀ ਕੀਤੀ ਹੈ ਕਿ ਥੋੜ੍ਹਾ ਬਹੁਤਾ ਇਸ ਪਾਸੇ ਧਿਆਨ ਸਰਕਾਰਾਂ ਨੂੰ ਜ਼ਰੂਰ ਦੇਣਾ ਚਾਹੀਦਾ। ਕੈਨੇਡਾ ਦੇ ਵਿੱਚ ਆਉਣਾ ਤੇ ਇੱਥੇ ਆ ਕੇ ਪੱਕੇ ਹੋਣਾ ਰਹਿਣਾ ਹਰ ਇੱਕ ਵਿਅਕਤੀ ਦਾ ਸੁਪਨਾ ਆ। ਲੋਕ ਇੱਥੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਆਉਂਦੇ ਵੀ ਨੇ। ਕੈਨੇਡਾ ਦੇ ਵਿੱਚ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ, ਉਹਨਾਂ ਦੀ ਇੱਕ ਖਾਸ ਕਿਸਮ ਆ ਜਿਹੜੇ ਟੈਂਪਰੇਰੀ ਮਤਲਬ ਆਰਜ਼ੀ ਤੌਰ ਦੇ ਉੱਤੇ ਦੂਜੇ ਦੇਸ਼ਾਂ ਤੋਂ ਇੱਥੇ ਕੰਮ ਕਰਨ ਦੇ ਲਈ ਬੁਲਾਏ ਜਾਂਦੇ ਆ, ਤੇ ਜਦੋਂ ਉਹਨਾਂ ਦਾ ਕੰਮ ਪੂਰਾ ਹੋ ਜਾਂਦਾ ਵਾਪਸ ਚਲੇ ਜਾਂਦੇ। ਜਿੱਦਾਂ ਫਾਰਮਿੰਗ ਆ ਜਾਂ ਹੋਰ ਕਿੰਨੇ ਕੰਮ ਕਾਰ ਨੇ, ਉਹਨਾਂ ਦੇ ਵਿੱਚ ਬਾਹਰੋਂ ਲੇਬਰ ਇੱਥੇ ਆਉਂਦੀ ਆ, ਕੰਟਰੈਕਟ ਹੁੰਦਾ ਤੇ ਕੰਮ ਕਰਕੇ ਉਹ ਵਾਪਸ ਚਲੇ ਜਾਂਦੀ ਆ। ਇਹ ਉਹ ਵਰਗ ਆ ਜਿਨ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਧੱਕਾ ਹੁੰਦਾ। ਬਹੁਤੇ ਲੋਕ ਜਿਹੜੇ ਆ ਉਹ ਡਰਦੇ ਨਹੀਂ ਬੋਲਦੇ, ਕੁਛ ਲੋਕਾਂ ਨੂੰ ਘੱਟ ਪੇ ਕੀਤਾ ਜਾਂਦਾ, ਉਹ ਤਾਂ ਵੀ ਨਹੀਂ ਬੋਲਦੇ, ਔਰ ਇੱਕ ਨਹੀਂ ਇਹ ਕਈ ਨੇ। ਹੁਣ ਇਹ ਸਿਸਟਮ ਦੇ ਉੱਤੇ ਹੀ ਸਵਾਲ ਪੈਦਾ ਹੋ ਰਹੇ ਆ ਕਿ ਜਿਹੜੀ ਇੱਕ ਗੁਲਾਮਾਂ ਵਰਗੀ ਜ਼ਿੰਦਗੀ ਇਹ ਜਿਹੜੇ ਟੈਂਪਰੇਰੀ ਵਰਕਰ ਨੇ ਉਹ ਇੱਥੇ ਆ ਕੇ ਗੁਜ਼ਾਰਦੇ ਨੇ, ਇਹਦਾ ਹੱਲ ਕੀ ਹੋ ਸਕਦਾ? ਜਿਹੜਾ ਮਾਲਕ ਆ ਜਦੋਂ ਕੁਝ ਬੋਲਣ ਦੀ ਕੋਸ਼ਿਸ਼ ਕਰਦੇ ਆ, ਉਹ ਡਰਾਉਂਦੇ ਆ ਉਹਨਾਂ ਨੂੰ ਕਿ ਜੇ ਤੁਸੀਂ ਸਾਡੇ ਨਾਲ ਬਹੁਤੀ ਉਨੀ ਕੀ ਕੀਤੀ ਤਾਂ ਅਸੀਂ ਤੁਹਾਡਾ ਜਿਹੜਾ ਕੰਟਰੈਕਟ ਤੁਹਾਡੇ ਨਾਲ ਹੋਇਆ ਉਹ ਟਰਮੀਨੇਟ ਕਰ ਦੇਣਾ, ਖ਼ਤਮ ਕਰ ਦੇਣਾ। ਇਹਦਾ ਮਤਲਬ ਕਿ ਉਹਨਾਂ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਧੱਕਾ ਹੁੰਦਾ ਆ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਕਿ ਚੀਨ ਵਰਗੇ ਦੇਸ਼ਾਂ ਦੇ ਵਿੱਚ ਲੇਬਰ ਦੇ ਨਾਲ ਕੀਤਾ ਜਾਂਦਾ ਆ। ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਟੈਂਪਰੇਰੀ ਫੋਰਨ ਵਰਕਰ TFW ਪ੍ਰੋਗਰਾਮ ਦੇ ਤਹਿਤ ਆਉਂਦੇ ਆ, ਜਿਹਦੇ ਵਿੱਚ ਕੈਨੇਡਾ ਦੇ ਇੰਪਲੋਇਰ ਜਿਹੜੇ ਨੇ, ਜਿਹੜੇ ਕੰਮਕਾਰ ਮਾਲਕ ਨੇ, ਉਹਨਾਂ ਨੂੰ ਇਹ ਆਗਿਆ ਦਿੱਤੀ ਜਾਂਦੀ ਆ ਕਿ ਤੁਸੀਂ ਮਾਈਗਰੈਂਟ ਵਰਕਰ ਨੂੰ ਹਾਇਰ ਕਰ ਲਓ, ਭਾਵ ਕਿਸੇ ਦੂਸਰੇ ਦੇਸ਼ ਤੋਂ ਕੰਮ ਇਹਨੂੰ ਲੈ ਆਓ। ਜਿਹੜੀ ਟੈਂਪਰੇਰੀ ਜੋਬ ਆ ਉਹਨੂੰ ਪੂਰਾ ਕਰਨ ਦੇ ਲਈ ਜਾਂ ਉਸ ਇਸ਼ੂ ਨੂੰ ਐਡਰੈਸ ਕਰਨ ਦੇ ਲਈ ਸਾਡੇ ਲੇਬਰ ਫੋਰਸ ਦੇ ਵਿੱਚ ਕੈਨੇਡਾ ਦੇ ਵਿੱਚ ਘਾਟ ਬਹੁਤ ਆ ਵਰਕਰਾਂ ਦੀ, ਉਹਨੂੰ ਪੂਰਾ ਕਰਨ ਦੇ ਲਈ ਇਹ ਪ੍ਰੋਗਰਾਮ ਆ ਕਿ ਆਰਜ਼ੀ ਤੌਰ 'ਤੇ 2 4 6 ਮਹੀਨੇ 8 ਮਹੀਨੇ 10 ਮਹੀਨੇ ਸਾਲ ਜਿੰਨੇ ਚਿਰ ਦੇ ਲਈ ਵੀ ਤੁਹਾਨੂੰ ਚਾਹੀਦਾ ਉਹਨੂੰ ਲੈ ਆਓ, ਅਤੇ ਬਾਅਦ ਦੇ ਵਿੱਚ ਉਹ
ਜਿਹੜਾ ਬੰਦਾ ਹੈ ਵਾਪਸ ਆਪਣੇ ਦੇਸ਼ ਦੇ ਵਿੱਚ ਚਲਿਆ ਜਾਂਦਾ ਹੈ। ਹੁਣ 50 ਸਾਲ ਹੋ ਗਏ ਪ੍ਰੋਗਰਾਮ ਚੱਲਦੇ ਨੂੰ, ਤੇ ਬਹੁਤ ਕੰਟਰੋਵਰਸ਼ੀਅਲ ਪ੍ਰੋਗਰਾਮ ਆ। ਜਿਹੜੇ ਕੈਨੇਡੀਅਨ ਇੰਪਲੋਇਰਸ ਨੇ, ਕੈਨੇਡਾ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ, ਜਿਨ੍ਹਾਂ ਨੇ ਅੱਗੇ ਵਰਕਰਾਂ ਨੂੰ ਰੱਖਣਾ ਹੁੰਦਾ, ਜਾਂ ਜਿਹੜੇ ਮਾਲਕ ਨੇ ਦੂਜੇ ਤਰੀਕੇ ਦੇ ਵਿੱਚ, ਉਹ ਇਹਨਾਂ ਵਰਕਰਾਂ ਨੂੰ ਲਿਆਉਂਦੇ ਆ। ਕਿਉਂਕਿ ਇੱਕ ਤਾਂ ਵਰਕਰ ਬੋਲਦੇ ਨਹੀਂ ਮੂਹਰੇ। ਜੇ ਮਾਲਕ ਕੁਦਰਤੀ ਤੌਰ ਦੇ ਉੱਤੇ ਹਮੇਸ਼ਾ ਹੀ ਚਾਹੁੰਦਾ ਹੁੰਦਾ ਕਿ ਉਹ ਆਪਣਾ ਬਿਜ਼ਨਸ ਵਧਾਵੇ, ਉਹਨੂੰ ਪ੍ਰੋਡਕਸ਼ਨ ਵਧੇ ਅਤੇ ਕੰਮ ਜ਼ਿਆਦਾ ਕਰਨ, ਉਹ ਕਈ ਵਾਰੀ ਧੱਕਾ ਵੀ ਕਰਦੇ ਆ, ਕੰਮ ਵੀ ਜ਼ਿਆਦਾ ਲੌਂਗਰ ਆਵਰਸ ਦੇ ਲਈ ਕਰਾਉਂਦੇ। 8 ਘੰਟੇ ਕਰਨਾ ਉਹਨੂੰ 10 ਘੰਟੇ ਕਰਾ ਲਿਆ, 15 ਘੰਟੇ ਕਰਾ ਲਿਆ, ਓਵਰ ਟਾਈਮ ਨਹੀਂ ਪੇ ਕੀਤਾ, ਬੇਸਿਕ ਪੇ ਕਰ ਦਿੱਤਾ। ਅਤੇ ਦੂਜਾ ਜਿਹੜਾ ਇਹਦੇ ਨਾਲ ਫਿਰ ਇਹ ਜਿਹੜੀਆਂ ਵੈਕੈਂਸੀਜ਼ ਆ ਉਹਨਾਂ ਨੂੰ ਭਰਿਆ ਜਾਂਦਾ। ਅਤੇ ਇਸ ਵੇਲੇ ਜਿਹੜੀਆਂ ਵੈਕੈਂਸੀਜ਼ ਕੈਨੇਡਾ ਦੇ ਵਿੱਚ ਵੈਸੇ ਹੀ ਬਹੁਤ ਹੈਗੀਆਂ, ਅਤੇ ਉਹਨਾਂ ਨੂੰ ਭਰਨ ਦੇ ਲਈ ਇਹ ਪ੍ਰੋਗਰਾਮ ਨੂੰ ਵਰਤਿਆ ਜਾਂਦਾ। ਹੁਣ ਕਈ ਵਾਰੀ ਜਿਹੜਾ ਇੰਪਲੋਇਰ ਆ ਉਹ ਇਹ ਕੋਸ਼ਿਸ਼ ਕਰਦਾ ਵੀ ਮੇਰੇ ਕੋਲ ਇੱਦਾਂ ਦੇ ਵਰਕਰ ਹੋਣ ਜਿਹੜੇ ਨਾ ਤਾਂ ਬੋਲਣ, ਵੱਧ ਕੰਮ ਵੀ ਕਰਨ, ਫੈਸਿਲਿਟੀ ਕੋਈ ਨਾ ਲੈਣ, ਅਤੇ ਪੈਸੇ ਉਹਨਾਂ ਨੂੰ ਘੱਟ ਦੇਣੇ ਪੈਣ। ਪਰ ਸਰਕਾਰ ਇਹਦੀ ਲਿਮਿਟ ਕਰਦੀ ਆ ਕਿ ਤੁਸੀਂ ਸਾਰੇ ਟੈਂਪਰੇਰੀ ਫੋਰਨ ਵਰਕਰ ਨਹੀਂ ਭਰਤੀ ਕਰ ਸਕਦੇ, ਪਹਿਲਾਂ ਤੁਹਾਨੂੰ ਇੱਥੋਂ ਰੱਖਣੇ ਪੈਣਗੇ। ਅਤੇ ਅਪਰੂਵਲਸ ਜਿਹੜੀਆਂ ਟੈਂਪਰੇਰੀ ਫੋਰਨ ਵਰਕਰ ਨੂੰ ਹਾਇਰ ਕਰਨ ਦੇ ਲਈ, ਉਹ ਪਿਛਲੇ ਸਮੇਂ ਦੇ ਵਿੱਚ ਵੱਧ ਗਈਆਂ। 60% ਵਾਧਾ ਹੋ ਗਿਆ 2022 ਦੇ ਪਹਿਲੇ 6 ਮਹੀਨਿਆਂ ਦੇ ਵਿੱਚ, ਪਹਿਲੇ ਅੱਧ ਦੇ ਵਿੱਚ। ਜੇਕਰ ਇਹਨੂੰ ਸਾਲ ਪਹਿਲਾਂ ਦੇ ਨਾਲ ਜਿਹੜਾ ਦੇਖਿਆ ਜਾਵੇ, ਫੈਡਰਲ ਸਰਕਾਰ ਨੇ ਹੁਣ ਇਹ ਢਿੱਲ ਦੇ ਦਿੱਤੀ ਹੈ ਰਿਸਟ੍ਰਿਕਸ਼ਨ ਦੇ ਉੱਤੇ ਕਿ ਤੁਸੀਂ ਇਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਨੂੰ ਹਾਇਰ ਕਰ ਸਕਦੇ ਆ। ਉਹਦੀ ਗਿਣਤੀ ਵਧਾ ਦਿੱਤੀ ਹੈ, ਜਿਹਦਾ ਮਤਲਬ ਜਿਨ੍ਹਾਂ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਦੀ ਗਿਣਤੀ ਵੱਧ ਗਈ ਹੈ, ਅਤੇ ਜਿਹੜਾ ਇੰਪਲੋਇਰ ਆ ਉਹਦੇ ਲਈ ਸੌਖਾ ਹੋ ਗਿਆ। ਸਾਰੇ ਸੈਕਟਰ ਦੇ ਵਿੱਚ ਹੀ ਉਹਨਾਂ ਨੂੰ ਕਹਿ ਦਿੱਤਾ ਕਿ ਆਮ ਤੌਰ ਦੇ ਉੱਤੇ 20% ਤੁਸੀਂ ਵਰਕ ਫੋਰਸ ਦਾ ਇਸ ਪ੍ਰੋਗਰਾਮ ਦੇ ਤਹਿਤ ਹਾਇਰ ਕਰ ਸਕਦੇ ਆ, ਅਤੇ ਉਹਨਾਂ ਨੂੰ ਤੁਸੀਂ ਜਿਹੜਾ $15 ਘੰਟੇ ਦੇ ਘੱਟ ਤੋਂ ਘੱਟ ਦਿੰਦੇ ਆ। ਅਤੇ ਫਿਰ ਜਿਹੜੇ ਵਰਕਰ ਦੂਜੇ ਪਾਸੇ ਹੁੰਦੇ ਆ, ਉਹਨਾਂ ਦੇ ਕਈ ਕਿਸਮ ਦੇ ਕੈਪ ਲਾਏ ਹੁੰਦੇ ਆ। ਫੂਡ ਇੰਡਸਟਰੀ ਦੇ ਵਿੱਚ ਬਹੁਤ ਸਾਰੀ ਲੋੜ ਆ, ਉੱਥੇ ਇਹਨਾਂ ਦੀ ਕੈਪ ਵਧਾ ਦਿੱਤੀ ਜਾਂਦੀ ਆ। ਹੁਣ ਜਿਹੜੇ ਵਰਕਰ ਐਡਵੋਕੇਟਸ ਨੇ ਜਾਂ ਇਕੋਨੋਮਿਸਟ ਨੇ, ਉਹ ਦੱਸਦੇ ਆ ਕਿ ਜਿਹੜੀ ਇਹਦੀ ਸਡਨ ਐਕਸਪੈਂਸ਼ਨ ਹੋ ਰਹੀ ਆ ਇਸ ਪ੍ਰੋਗਰਾਮ ਦੀ, ਇਹ ਖਤਰਨਾਕ ਆ। ਵੀ ਜਾਂ ਤਾਂ ਪੱਕੇ ਵਰਕਰ ਹੋਣੇ ਚਾਹੀਦੇ ਆ ਸਾਡੇ ਕੋਲ, ਫਾਰਮਰਸ, ਨਰਸਰੀਜ਼, ਰੈਸਟੋਰੈਂਟਸ, ਟਰੱਕਿੰਗ ਕੰਪਨੀਜ਼, ਜਿਹੜਾ ਉਹਨਾਂ ਨੂੰ ਹੋਰ ਵਰਕਰ ਉਹਨਾਂ ਨੇ ਹਾਇਰ ਕਰਨੇ ਹੁੰਦੇ ਆ। ਅਤੇ ਪ੍ਰੋਗਰਾਮ ਜਿਹੜਾ ਫਿਰ ਇਹਨੂੰ ਕ੍ਰੀਏਟ ਕਰਦਾ ਆ, ਮਤਲਬ ਸੈਕਿੰਡ ਟੀਅਰ ਆਫ ਵਰਕਰ ਕ੍ਰੀਏਟ ਹੋ ਜਾਂਦਾ ਆ ਕਿ ਬਿਨਾਂ ਸੇਮ ਬੇਸਿਕ ਰਾਈਟਸ ਐਂਡ ਪ੍ਰੋਟੈਕਸ਼ਨ, ਮਤਲਬ 2 ਤਰ੍ਹਾਂ ਦੇ ਵਰਕਰ ਪੈਦਾ ਹੋ ਗਏ ਹੁਣ ਕੈਨੇਡਾ ਦੇ ਵਿੱਚ। ਇੱਕ ਤਾਂ ਜਿਹੜੇ ਮਤਲਬ ਜਿਨ੍ਹਾਂ ਦੇ ਕੋਲ ਸਾਰੀਆਂ ਸਹੂਲਤਾਂ ਨੇ, ਉਹਨਾਂ ਨਾਲ ਧੱਕਾ ਵੀ ਨਹੀਂ ਹੋ ਸਕਦਾ, ਕੋਈ ਉਹਨਾਂ ਨੂੰ ਪੈਸੇ ਵੀ ਨਹੀਂ ਘੱਟ ਦੇ ਸਕਦਾ, ਉਹ। ਅਤੇ ਇੱਕ ਦੂਜੇ ਟੀਅਰ ਦੇ ਇਹ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰਦਾ, ਅਤੇ ਗਿਣਤੀ ਇਹਨਾਂ ਦੀ ਵੱਧ ਰਹੀ ਆ ਕਿਉਂਕਿ ਇਹ ਮਾਲਕਾਂ ਨੂੰ ਬਹੁਤ ਸੂਟ ਕਰਦੇ ਆ, ਉਹਨਾਂ ਨੂੰ ਠੀਕ ਬਹਿੰਦੇ ਆ। ਹੁਣ ਹੋਣਾ ਤਾਂ ਇਹ ਚਾਹੀਦਾ ਵੀ ਪਰਮਾਨੈਂਟ ਇਮੀਗ੍ਰੇਸ਼ਨ ਵਧਾ ਦੇਣ, ਜਾਂ ਇਹਦਾ ਕੋਈ ਪੱਕਾ ਹੱਲ ਕਰ ਦੇਣ। ਟੈਂਪਰੇਰੀ ਜੋਬ ਤਾਂ ਟੈਂਪਰੇਰੀ ਹੁੰਦੀ ਆ, ਪਰ ਜੇ ਇੰਨੀ ਜ਼ਿਆਦਾ ਜਿਹੜੀ ਵਰਕ ਫੋਰਸ ਦੀ ਲੋੜ ਆ, ਤਾਂ ਫਿਰ ਪੱਕੇ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ, ਨਾ ਕਿ ਜਿਹੜੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਇੱਥੇ ਸੱਦਿਆ ਜਾਂਦਾ, ਉਹਦੇ ਤਹਿਤ ਫਿਰ ਜਿੰਨਾ ਕੁ ਚਿਰ ਉਹ ਬੰਦਾ ਪੱਕਾ ਨਹੀਂ ਹੁੰਦਾ, ਜਿਹੜਾ ਉਹਦੇ ਨਾਲ ਧੱਕਾ ਹੁੰਦਾ, ਉਹ ਬਹੁਤ ਮਾੜਾ ਆ। ਔਰ ਇੱਥੇ ਤੱਕ ਕਿ ਮਤਲਬ ਕਈ ਵਾਰੀ ਤੁਹਾਨੂੰ ਯਕੀਨ ਨਹੀਂ ਆਉਂਦਾ ਕਿ ਤੁਸੀਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਬੈਠੇ ਆ, ਅਤੇ ਇਹਨਾਂ ਲੋਕਾਂ ਦੇ ਨਾਲ ਇੰਨਾ ਕੁਛ ਵੀ ਉਹਦਾ ਬੋਲਦੇ ਵੀ ਨਹੀਂ, ਉਹ ਕਿਉਂਕਿ ਬੋਲ ਸਕਦੇ ਹੀ ਨਹੀਂ। ਜੇ ਬੋਲਣਗੇ ਉਹ ਕੰਟਰੈਕਟ ਕਰ ਦੂਗਾ ਕੈਂਸਲ ਜਿਹੜਾ ਤੁਹਾਡਾ ਇੰਪਲੋਇਰ ਆ, ਅਤੇ ਵਾਪਸ ਤੁਹਾਨੂੰ ਫਿਰ ਆਪਣੇ ਦੇਸ਼ ਦੇ ਵਿੱਚ ਜਾਣਾ ਪਊਗਾ। 1973 ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਸੀ। 1973 ਦੇ ਵਿੱਚ 73 ਦੇ ਵਿੱਚ ਲੇਬਰ ਸ਼ਾਰਟੇਜ ਦੱਸਦੇ ਆ ਕੈਨੇਡਾ ਦੇ ਵਿੱਚ ਹੋ ਗਈ ਸੀ ਖੇਤੀਬਾੜੀ ਵਾਲੇ ਕੰਮ ਦੇ ਵਿੱਚ, ਅਤੇ ਉਦੋਂ ਫਿਰ ਇਹਨਾਂ ਨੇ ਕਿਹਾ ਸੀ ਕਿ ਬਾਹਰੋਂ ਬੰਦੇ ਜਿਹੜੇ ਟੈਂਪਰੇਰੀ ਜੇ ਆ ਉਹ ਇੱਥੇ ਲੈ ਆਓ। 2002 ਦੇ ਵਿੱਚ ਫਿਰ ਇਹਨੂੰ ਐਕਸਟੈਂਡ ਕਰ ਦਿੱਤਾ ਸੀ ਕਿ ਫੋਰਨ ਵਰਕਰ ਹੋਰ ਲੈ ਆਓ, ਅਤੇ ਲੋ ਸਕਿੱਲ ਪਾਇਲਟ ਪ੍ਰੋਜੈਕਟ ਸੀਗੇ 2000 ਦੇ ਕਰੀਬ। 12 ਦੇ ਵਿੱਚ ਫਿਰ ਕਈ ਹੋਰ ਲੋਕ ਕੈਨੇਡਾ ਦੇ ਵਿੱਚ ਹੌਲੀ ਹੌਲੀ ਇਹਨਾਂ ਦੀ ਗਿਣਤੀ ਜਿਹੜੀ ਵੱਧਦੀ ਗਈ। ਪਹਿਲਾਂ 2000 ਸੀ, ਫਿਰ ਇਹ ਜਿਹੜਾ 3 ਗੁਣਾ ਤੋਂ ਵੀ ਜ਼ਿਆਦਾ ਹੋ ਗਈ। ਪਹਿਲਾਂ ਇਹ 3,38,000 ਸੀਗੇ, ਉਹਦੇ ਤੋਂ ਬਾਅਦ ਜਿਹੜਾ 99,000 ਤੋਂ 3,38,000 ਹੋ ਗਿਆ। ਸੋ ਇਹਨਾਂ ਦੀ ਗਿਣਤੀ ਅਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਨਾਲ ਹੁੰਦਾ ਧੱਕਾ ਇਸ ਵੇਲੇ ਚਰਚਾ ਦੇ ਵਿੱਚ ਆ। ਥੋੜ੍ਹੇ ਦਿਨ ਪਹਿਲਾਂ ਅਸੀਂ ਇੰਟਰਨੈਸ਼ਨਲ ਮਾਈਗਰੈਂਟ ਡੇ ਸੈਲੀਬਰੇਟ ਕਰਕੇ ਹਟੇ ਹਾਂ। ਉਸ ਦਿਨ ਦੇ ਉੱਤੇ ਵੀ ਇਹਨਾਂ ਵਰਕਰਸ ਦੀ ਗੱਲਬਾਤ ਜਿਹੜੇ ਐਡਵੋਕੇਟਸ ਨੇ ਕੁਛ ਕੀਤੇ ਆ ਕਿ ਜਿਹੜਾ ਇਹ LMIA ਦਾ ਅਪਰੂਵਲ ਦਾ ਪ੍ਰੋਗਰਾਮ ਆ ਅਤੇ ਟੈਂਪਰੇਰੀ ਫੋਰਨ ਵਰਕਰ ਨੂੰ ਹਾਇਰ ਕਰਨ ਦਾ, ਇਹਦੇ ਵਿੱਚ ਜਾਂ ਤਾਂ ਕੁਛ ਨਾ ਕੁਛ ਤਬਦੀਲੀ ਕੀਤੀ ਜਾਵੇ, ਜਾਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਚੰਗੇ ਤਰੀਕੇ ਨਾਲ ਚੈੱਕ ਕੀਤਾ ਜਾਵੇ, ਤਾਂ ਕਿ ਘੱਟੋ ਘੱਟ ਕੈਨੇਡਾ ਵਰਗੇ ਮੁਲਕ ਦੇ ਵਿੱਚ ਕਿਸੇ ਵਿਅਕਤੀ ਦੇ ਨਾਲ ਧੱਕਾ ਨਾ ਹੋ ਸਕੇ, ਉਹਦੇ ਕੋਲ ਓਨੇ
ਰਾਈਟਸ ਹੋਣ ਤੇ ਉਹ ਜਿਹੜਾ ਆ ਇੱਥੇ ਇੱਕ ਚੰਗਾ ਜੀਵਨ ਬਾਕੀ ਸਿਟੀਜ਼ਨਸ ਵਾਂਗ ਜੀ ਸਕੇ। ਉਹਦੇ ਵਿੱਚ ਜਿਹੜੇ ਇੱਦਾਂ ਨਾ ਹੋਵੇ ਕਿ ਕੈਟਾਗਰੀਜ਼ ਬਣ ਜਾਣ ਕਿ ਆ ਇੱਕ ਨੰਬਰ ਦੇ ਵਰਕਰ ਆ ਤੇ ਆ ਜਿਹੜੇ ਆ ਦੂਜੀ ਕਿਸਮ ਦੇ ਵਰਕਰ ਆ ਤੇ ਉਹਨਾਂ ਦੇ ਨਾਲ ਫਿਰ ਜ਼ਿਆਦਾ ਧੱਕਾ ਜਿਹੜਾ ਹੁੰਦਾ ਹੋਵੇ। ਜਗਮੀਤ ਸਿੰਘ ਹੁਣੀ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਨੇ। ਚਰਚਾ ਦਾ ਕਾਰਨ ਕੀ ਆ ਕਿ ਜਗਮੀਤ ਸਿੰਘ ਹੁਣੀ ਤੁਹਾਨੂੰ ਪਤਾ ਕਿ NDP ਦੇ ਆਗੂ ਨੇ, ਲੀਡਰ ਨੇ, ਔਰ ਬੜੇ ਲੰਬੇ ਸਮੇਂ ਤੋਂ ਉਹਨਾਂ ਨੇ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਚਲਾਇਆ। ਕੰਜ਼ਰਵੇਟਿਵ ਪਾਰਟੀ ਕੈਨੇਡਾ ਦੇ ਵਿੱਚ ਵਿਰੋਧੀ ਧਿਰ ਵੱਡੀ ਪਾਰਟੀ ਆ, ਜਿਹੜੀ ਆਪਣੇ ਲਿਬਰਲ ਪਾਰਟੀ ਆ ਉਹਨਾਂ ਦੀ NDP ਦੇ ਨਾਲ ਸਾਂਝ ਆ। ਜਸਟਿਨ ਟਰੂਡੋ ਤੇ ਜਗਮੀਤ ਸਿੰਘ ਦੀ ਦੇਸ਼ ਚੱਲ ਰਿਹਾ ਇਸ ਵੇਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ। ਦੂਜੇ ਪਾਸੇ ਕੰਜ਼ਰਵੇਟਿਵ ਜਿਹੜੇ ਨੇ ਜਿਨ੍ਹਾਂ ਦੇ ਲੀਡਰ ਇਸ ਵੇਲੇ ਪੀਅਰ ਪੋਲੀਏਵ ਨੇ, ਉਹ ਵਿਰੋਧੀ ਧਿਰ ਦੇ ਵਿੱਚ ਨੇ। ਬਲੌਕ ਕੁਇਕੋ ਇੱਕ ਹੋਰ ਪਾਰਟੀ ਇੱਥੇ ਵੱਡੀ ਪਾਰਟੀ ਹੈਗੀ ਆ। ਮਾਮਲਾ ਕੀ ਆ, ਸਰਕਾਰਾਂ ਪਿਛਲੇ ਸਮੇਂ ਦੇ ਵਿੱਚ ਇਹੀ ਬਦਲਦੀਆਂ ਰਹਿੰਦੀਆਂ, ਜਾਂ ਤੇ ਇਹ ਕੰਜ਼ਰਵੇਟਿਵ ਆ ਜਾਂਦੇ ਆ ਤੇ ਜਾਂ ਫਿਰ ਜਿਹੜੇ ਆ ਲਿਬਰਲ ਆ ਜਾਂਦੇ ਆ। ਇਸ ਵੇਲੇ ਲਿਬਰਲ ਪਾਰਟੀ ਦੀ ਸਰਕਾਰ ਲੰਬੇ ਸਮੇਂ ਤੋਂ ਚੱਲ ਰਹੀ ਆ ਤੇ ਜਿਹੜਾ ਆ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਕੰਜ਼ਰਵੇਟਿਵ ਅੱਗੇ ਆ ਜਾਣਗੇ ਜਾਂ ਨਹੀਂ ਆਉਣਗੇ। ਹਾਲਾਂਕਿ ਜਿਹੜੀ ਮਿਸੀਸਾਗਾ ਲੇਕ ਸ਼ੋਰ ਵਾਲੀ ਬਾਈ ਇਲੈਕਸ਼ਨ ਸੀ ਉੱਥੇ ਜਿਸ ਤਰੀਕੇ ਨਾਲ ਕੰਜ਼ਰਵੇਟਿਵ ਹਾਰੇ ਔਰ ਪੀਅਰ ਪੋਲੀਏਵ ਇੱਕ ਵਾਰੀ ਵੀ ਉੱਥੇ ਪ੍ਰਚਾਰ ਕਰਨ ਦੇ ਲਈ ਨਹੀਂ ਗਏ, ਤਾਂ ਇਸ ਗੱਲ ਦੇ ਉੱਤੇ ਸ਼ੱਕ ਰਹਿੰਦਾ ਕਿ ਅਗਲੀ ਵਾਰੀ ਕੰਜ਼ਰਵੇਟਿਵ ਅੱਗੇ ਆਉਂਦੇ ਆ ਜਾਂ ਫਿਰ ਜਸਟਿਨ ਟਰੂਡੋ ਅਗਲੀਆਂ ਵੋਟਾਂ ਦੇ ਵਿੱਚ ਅੱਗੇ ਆ ਜਾਣਗੇ। ਉਹ ਇਹ ਸਾਰੇ ਕੁਛ ਦੇ ਵਿੱਚ ਜਗਮੀਤ ਸਿੰਘ ਉਹਨਾਂ ਦਾ ਨਾਂ ਕਦੇ ਬਹੁਤਾ ਅੱਗੇ ਨਹੀਂ ਆਉਂਦਾ ਵੀ ਇਹ ਵੀ ਪ੍ਰਧਾਨ ਮੰਤਰੀ ਹੋਣਗੇ, ਜਾਂ NDP ਵੀ ਕਦੇ ਜਿੱਤ ਸਕਦੇ ਆ, ਕਿਉਂਕਿ ਵੱਡੀਆਂ ਪਾਰਟੀਆਂ ਦੇ ਵਿੱਚ ਹੀ ਹਮੇਸ਼ਾ ਦੋਵਾਂ ਦੇ ਵਿੱਚ ਟੱਕਰ ਰਹਿੰਦੀ ਹੈ। ਕੁਐਸਚਨ ਪੀਰੀਅਡ ਚੱਲ ਰਿਹਾ ਸੀ ਹਾਊਸ ਆਫ ਕਾਮਨਸ ਦੇ ਵਿੱਚ। ਇਹ ਗੱਲ 14 ਦਸੰਬਰ 2022 ਦੀ ਦੱਸਦੇ ਆ। NDP ਲੀਡਰ ਬੈਕ ਐਂਡ ਫੋਰਥ ਚੱਲ ਰਿਹਾ ਸੀ ਜਸਟਿਨ ਟਰੂਡੋ ਦੇ ਨਾਲ। NDP ਲੀਡਰ ਜਿਹੜੇ ਆ ਉਹ ਹੈਲਥ ਕੇਅਰ ਸਿਸਟਮ ਦੇ ਉੱਤੇ ਕਹਿ ਰਹੇ ਸੀ ਕਿ ਜੋ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਉਹ ਨਹੀਂ ਕਰ ਰਹੇ, ਕਿਉਂਕਿ ਡੈਂਟਲ ਕੇਅਰ ਦੇ ਉੱਤੇ ਜਦੋਂ ਜਗਮੀਤ ਸਿੰਘ ਹੁਣੀ NDP ਨੇ ਜਸਟਿਨ ਟਰੂਡੋ ਉਹਨਾਂ ਨੂੰ ਸਪੋਰਟ ਦਿੱਤੀ ਆ, ਕੁਝ ਸ਼ਰਤਾਂ ਰੱਖੀਆਂ ਸੀ ਵੀ ਆਹ ਡੈਂਟਲ ਕੇਅਰ ਦੇ ਮਾਮਲੇ ਦੇ ਵਿੱਚ ਜਾਂ ਆਹ ਕੰਮ ਤੁਸੀਂ ਸਾਡੇ ਕਰੋਗੇ, ਤੇ ਉਹਨਾਂ ਦੇ ਉੱਤੇ ਹਾਊਸ ਆਫ ਕਾਮਨਸ ਦੇ ਵਿੱਚ ਇਹਨਾਂ ਦਾ ਬੈਕ ਐਂਡ ਫੋਰਥ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ। ਤਾਂ ਉਸ ਵੇਲੇ ਜਿਹੜਾ ਸਰਦਾਰ ਜਗਮੀਤ ਸਿੰਘ ਆ, ਇਹਨਾਂ ਨੇ ਇਹ ਕਿਹਾ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਮੈਂ ਆਪਣੇ ਸਾਰੇ ਵਾਅਦੇ ਪੂਰੇ ਕਰੂੰਗਾ। ਹੁਣ ਇਹਨਾਂ ਦੇ ਇਹ ਕਹਿਣ ਦੀ ਦੇਰ ਸੀ ਕਿ ਜਿਹੜੇ ਪਿੱਛੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਬੈਠੇ ਸੀਗੇ ਕੰਜ਼ਰਵੇਟਿਵ ਦੇ, ਉਹਨਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਕਿ ਜਿੱਦਾਂ ਇਹਨਾਂ ਨੇ ਕੋਈ ਮਤਲਬ ਕਈ ਤਰ੍ਹਾਂ ਦੇ ਉਹਨਾਂ ਨੇ ਟੋਟਕੇ ਵੀ ਛੱਡਣੇ ਸ਼ੁਰੂ ਕਰ ਦਿੱਤੇ। ਇੱਕ ਨੇ ਇਹ ਕਿਹਾ, ਕਹਿੰਦਾ ਅੱਜ ਅਪ੍ਰੈਲ ਫੂਲ ਜਿਹੜਾ ਅਪ੍ਰੈਲ ਫੂਲ ਡੇ ਨਹੀਂ ਆ, ਜਾਂ ਕਿਸੇ ਨੇ ਕਿਹਾ ਵੀ ਇਹ ਬੜੀ ਫਨੀ ਗੱਲ ਆ ਜਿਹੜੀ ਤੁਸੀਂ ਕਹਿ ਰਹੇ ਹੋ। ਹਾਲਾਂਕਿ ਉਹਨਾਂ ਨੇ ਉਦਾਹਰਨ ਦਿੱਤੀ ਸੀ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਬਣੂਗਾ ਮੈਂ ਆਪਣੇ ਵਾਅਦੇ ਪੂਰੇ ਕਰੂੰਗਾ, ਤੇ ਉਹਦੇ ਉੱਤੇ ਇਹਨਾਂ ਨੇ ਕੰਜ਼ਰਵੇਟਿਵ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਜਿਹੜਾ ਹੱਸੇ। ਤੇ ਇਹ ਗੱਲ ਫਿਰ ਕਾਫੀ ਚਰਚਾ ਦੇ ਵਿੱਚ ਜਿਹੜੀ ਆਈ। ਜਦੋਂ ਫਿਰ ਉਹ ਸਾਰਾ ਠੀਕ ਠਾਕ ਹੋ ਗਿਆ, ਹਾਸਾ ਠੱਠਾ ਬੰਦ ਹੋ ਗਿਆ, ਤੇ ਜਿਹੜੇ NDP ਆਗੂ ਜਗਮੀਤ ਸਿੰਘ ਸੀਗੇ, ਇਹਨਾਂ ਨੇ ਫਿਰ ਉਹਦੇ ਤੋਂ ਬਾਅਦ ਕੀ ਮਤਲਬ ਜਿਹੜੀ ਗੱਲ ਸੀਗੀ ਉਹਦੀ ਫਿਰ ਖਾਸ ਚਰਚਾ ਦੇ ਵਿੱਚ ਹੋਈ। ਉਹ ਕਹਿੰਦੇ ਮੈਂ ਇਹੀ ਗੱਲ ਫੇਰ ਕਹਿ ਰਿਹਾ ਕਿ ਜੇ ਮੈਂ ਪ੍ਰਧਾਨ ਮੰਤਰੀ ਹੋਊਂਗਾ ਤਾਂ ਮੈਂ ਆਪਣੇ ਵਾਅਦੇ ਪੂਰੇ ਕਰੂੰਗਾ। ਫਿਰ ਉਹਨਾਂ ਨੇ ਇਹੀ ਗੱਲ ਤੀਜੀ ਵਾਰੀ ਕਹੀ। ਉਹਦੇ ਤੋਂ ਬਾਅਦ ਫਿਰ ਜਿਹੜੇ NDP ਦੇ ਕੁਦਰਤੀ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੇ ਇਹਨਾਂ ਦੇ ਪਿੱਛੇ ਖੜੇ ਹੋ ਕੇ ਹਾਊਸ ਆਫ ਕਾਮਨਸ ਦੇ ਵਿੱਚ ਤਾੜੀਆਂ ਮਾਰੀਆਂ, ਇਹਨਾਂ ਦੀ ਸਪੋਰਟ ਕੀਤੀ, ਤੇ ਬਿਲਕੁਲ ਇਹਨਾਂ ਨੇ ਠੋਕ ਕੇ 3 ਵਾਰੀ ਇਹੀ ਗੱਲ ਕਹੀ ਵੀ ਮੈਂ ਜਿਹੜਾ ਆ ਇਹ ਆਪਣੇ ਵਾਅਦੇ ਪੂਰੇ ਕਰੂੰਗਾ ਜੇ ਮੈਂ ਪ੍ਰਧਾਨ ਮੰਤਰੀ ਹੋਊਗਾ। ਇਹਨਾਂ ਨੇ ਆਪਣੀ ਟਿਕਟੌਕ ਦੇ ਉੱਤੇ ਵੀ ਵੀਡੀਓ ਵੀ ਇੱਕ ਬਹੁਤ ਚਰਚਾ ਦੇ ਵਿੱਚ ਰਹੀ ਹੈ ਇਹ ਹਾਊਸ ਆਫ ਕਾਮਨਸ ਦੇ ਵਿੱਚ, ਜਿਸ ਤਰੀਕੇ ਦੇ ਨਾਲ ਗੱਲਬਾਤ ਕਰ ਰਿਹਾ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਵੀ ਇਸ ਕਿਸਮ ਦਾ ਕੰਮ ਹਾਊਸ ਆਫ ਕਾਮਨਸ ਦੇ ਵਿੱਚ ਵੀ ਸਾਡੇ ਇੱਥੇ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ। ਔਰ ਪਹਿਲਾਂ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਇਹੀ ਕੁਛ ਇਹਨਾਂ ਦੇ ਨਾਲ ਹੋ ਚੁੱਕਿਆ ਕਿ ਜਗਮੀਤ ਸਿੰਘ ਹੁਣੀ ਉੱਥੇ ਬੋਲਦੇ ਆ ਤੇ ਇਹਨਾਂ ਦੇ ਪਿੱਛੇ ਜਿਹੜੇ ਲੋਕ ਆ ਉਹ ਹੱਸਣ ਲੱਗ ਜਾਂਦੇ ਆ। ਜੂਨ 8 ਦੀ ਗੱਲ ਆ, ਹਾਊਸ ਆਫ ਕਾਮਨਸ ਦੇ ਵਿੱਚ ਸਰਦਾਰ ਜਗਮੀਤ ਸਿੰਘ ਬੋਲ ਰਹੇ ਸੀਗੇ ਆਪਣੇ ਗਰੋਸਰੀ ਵਾਲੇ ਮਾਮਲੇ ਦੇ ਵਿੱਚ, ਜਿਹੜਾ ਤੁਹਾਨੂੰ ਪਤਾ ਕਿ ਬਹੁਤ ਚਰਚਾ ਦੇ ਵਿੱਚ ਮਾਮਲਾ ਰਿਹਾ ਸੀ। ਤੇ ਕਹਿੰਦੇ ਵੀ ਇਸ ਵੇਲੇ ਇਨਫਲੇਸ਼ਨ ਇੰਨੀ ਵੱਧ ਚੁੱਕੀ ਹੈ, ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕੈਨੇਡਾ ਦੇ ਵਿੱਚ ਕਿ ਜਿਹੜੇ ਲੋਕ ਨੇ ਉਹ ਜਿਹੜੇ ਤੰਗ ਨੇ ਇਸ ਗੱਲ ਤੋਂ, ਤੇ ਉਹ ਗਰੋਸਰੀ ਨਹੀਂ ਖਰੀਦਣ ਦੇ ਯੋਗ ਰਹੇ। ਉਹਨਾਂ ਨੇ ਇਹ ਗੱਲਬਾਤ ਉਸ ਵੇਲੇ ਕਹੀ ਸੀ ਆਪਣੇ ਕਿ ਕਿਉਂਕਿ ਲੋਕ ਗਰੋਸਰੀਜ਼ ਅਫੋਰਡ ਨਹੀਂ ਕਰ ਸਕਦੇ ਵੱਧਦੀਆਂ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਕਾਰਨ। ਗੱਲ ਉਹਨਾਂ ਦੀ ਸਹੀ ਸੀ। ਇਸ ਗੱਲ ਦੇ ਉੱਤੇ ਉਦੋਂ ਜਿਹੜੇ ਆ ਕੰਜ਼ਰਵੇਟਿਵ MP ਸੀਗੇ ਉਹ ਹੱਸ ਪਏ ਸੀ ਵੀ ਕੈਨੇਡੀਅਨ ਕਾਂਟ ਅਫੋਰਡ ਗਰੋਸਰੀਜ਼, ਵੀ ਇਹ ਕਿੱਦਾਂ ਹੋ ਸਕਦਾ। ਹਾਲਾਂਕਿ ਸੱਚ ਆ, ਫੂਡ ਬੈਂਕਾਂ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦੀ ਗਿਣਤੀ ਵਧੀ ਆ, ਲੋਕਾਂ ਨੇ ਆਪਣੇ ਖਾਣੇ ਸਕਿਪ ਕਰਨੇ ਸ਼ੁਰੂ ਕੀਤੇ ਆ, ਤੇ ਉਹ ਟਿਕਟੌਕ ਦੇ ਉੱਤੇ ਤੇ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਬਹੁਤ ਪਈ ਸੀ। ਤੇ ਇਹਦੇ ਤੋਂ ਬਾਅਦ ਜਿਹੜੇ ਫਿਰ ਸਰਦਾਰ ਜਗਮੀਤ ਸਿੰਘ ਨੇ ਗੱਲ ਠੋਕ ਕੇ ਕਹੀ ਸੀ ਕਿ ਹਰ 4 ਕੈਨੇਡੀਅਨਸ ਦੇ ਵਿੱਚੋਂ ਜਿਹੜੇ ਇੱਕ ਬੰਦਾ ਆ ਉਹ ਇਸ ਵੇਲੇ ਭੁੱਖਾ ਰਹਿ ਰਿਹਾ ਆ ਕਿਉਂਕਿ ਉਹ ਗਰੋਸਰੀਜ਼ ਅਫੋਰਡ ਨਹੀਂ ਕਰ ਸਕਦਾ। ਦੂਜੇ ਪਾਸੇ
ਜਿਹੜੀਆਂ ਕਾਰਪੋਰੇਸ਼ਨਸ ਨੇ, ਵੱਡੀਆਂ ਵੱਡੀਆਂ ਕਾਰਪੋਰੇਟਸ ਨੇ, ਉਹ ਆਪਣੇ ਉਹਨਾਂ ਦੇ ਮੁਨਾਫੇ ਵੱਧ ਰਹੇ ਆ ਤੇ ਇੱਕ ਤੋਂ ਬਾਅਦ ਦੂਜਾ ਰਿਕਾਰਡ ਜਿਹੜਾ ਉਹ ਟੁੱਟ ਰਿਹਾ ਹੈ। ਤੇ ਜਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਮੈਂ ਇਹ ਗੱਲਬਾਤ ਕਰ ਰਿਹਾ ਹਾਂ ਕਿ ਕੈਨੇਡੀਅਨ ਜਿਹੜੇ ਉਹ ਹੰਗਰੀ ਨੇ, ਕੈਨੇਡੀਅਨ ਭੁੱਖੇ ਨੇ ਇਸ ਵੇਲੇ, ਕਿਉਂਕਿ ਉਹਨਾਂ ਕੋਲੇ ਖਰੀਦਣ ਦੇ ਲਈ ਉਨੀ ਪਰਚੇਜ਼ਿੰਗ ਪਾਵਰ ਹੀ ਨਹੀਂ ਰਹੀ। ਤੇ ਉਹ ਕਹਿੰਦੇ ਕੁਛ ਜਿਹੜੇ MP ਦੇ ਚੈਂਬਰਸ ਦੇ ਵਿੱਚੋਂ ਹਾਸਾ ਆ ਰਿਹਾ, ਜਿਹੜੀ ਕਿ ਇੱਕ ਸ਼ਰਮਨਾਕ ਗੱਲ ਆ। ਸੋ ਕਈ ਵਾਰੀ ਹਾਊਸ ਆਫ ਕਾਮਨਸ ਦੇ ਵਿੱਚ ਇਹ ਗੱਲਾਂ ਬਾਤਾਂ ਹੁੰਦੀਆਂ, ਟਿਕਟੌਕ ਦੇ ਉੱਤੇ ਇਹ ਵੀ ਬਹੁਤ ਹੋਈ ਸੀ। ਸੋ ਇਹ ਦੂਜੀ ਵਾਰ ਹੈ ਇਸ ਵਾਰ ਇਹਨਾਂ ਨੂੰ ਜਿਹੜਾ ਕਿਹਾ ਗਿਆ ਸੀ ਇਹਦੇ ਉੱਤੇ ਕਿ ਜਿਸ ਤਰੀਕੇ ਦੇ ਨਾਲ ਉੱਥੇ ਲੋਕ ਹੱਸਿਆ, ਔਰ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਉਹਦਾ ਜਵਾਬ ਸਰਦਾਰ ਜਗਮੀਤ ਸਿੰਘ ਹੁਣੀ ਇਸ ਚੀਜ਼ ਦਾ ਦਿੱਤਾ ਸੀ। ਕੈਨੇਡਾ ਦੇ ਵਿੱਚ ਜਿਹੜੀ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਦੇ ਵਿੱਚ ਮਾਈਗ੍ਰੇਸ਼ਨ ਹਮੇਸ਼ਾ ਹੁੰਦੀ ਰਹਿੰਦੀ ਹੈ। ਕਦੇ ਲੋਕ ਇੱਕ ਪ੍ਰੋਵਿੰਸ ਨੂੰ ਜ਼ਿਆਦਾ ਜਾਂਦੇ ਆ, ਕਦੇ ਦੂਜੇ ਨੂੰ, ਕਦੇ ਲੋਕ ਟੋਰਾਂਟੋ, ਵੈਨਕੂਵਰ ਜ਼ਿਆਦਾ ਜਾਣ ਲੱਗ ਜਾਂਦੇ ਆ, ਕਦੇ ਲੋਕ ਇੱਧਰ ਨੂੰ ਅਲਬਰਟਾ ਵੱਲੋਂ ਜ਼ਿਆਦਾ ਜਾਣ ਲੱਗ ਪੈਂਦੇ ਆ। ਇਸ ਵੇਲੇ ਜਿਹੜੀ ਅਲਬਰਟਾ ਨੇ ਕੈਂਪੇਨ ਚਲਾਈ ਹੈ, ਅਲਬਰਟਾ ਦੀ ਸਰਕਾਰ ਨੇ, ਅਲਬਰਟਾ ਇਜ਼ ਕਾਲਿੰਗ, ਤੁਸੀਂ ਫੇਸਬੁੱਕ ਖੋਲ੍ਹ ਲਓ, ਟਵਿੱਟਰ ਖੋਲ੍ਹ ਲਓ, ਵੈਨਕੂਵਰ 에ਅਰਪੋਰਟ 'ਤੇ ਚਲੇ ਜਾਓ, ਟੋਰਾਂਟੋ 에ਅਰਪੋਰਟ 'ਤੇ ਚਲੇ ਜਾਓ, ਵੱਡੇ ਵੱਡੇ ਲੋਗੋ ਅਤੇ ਬੜਾ ਕੁਛ ਉੱਥੇ ਲੱਗਿਆ ਆ ਜਿਹਦੇ 'ਤੇ ਇਹ ਕਿਹਾ ਜਾਂਦਾ ਵੀ ਆ ਜਾਓ, ਚੈੱਕ ਤੁਹਾਨੂੰ ਜ਼ਿਆਦਾ ਦੇਵਾਂਗੇ ਅਤੇ ਜਿਹੜੇ ਖਰਚਿਆਂ ਦਾ ਬਿੱਲ ਤੁਹਾਡਾ ਘੱਟ ਹੋਊਗਾ। ਲੋਕ ਹਾਲਾਂਕਿ ਬਹੁਤ ਵੱਡਾ ਫਾਇਦਾ ਮਿਲ ਰਿਹਾ ਉਹਨਾਂ ਨੂੰ ਇਸ ਗੱਲ ਦਾ, ਬਹੁਤ ਸਾਰੇ ਲੋਕ ਉੱਧਰ ਜਾ ਰਹੇ, ਪਰ ਕੁਛ ਲੋਕ ਆਪਣੇ ਐਕਸਪੀਰੀਅੰਸ ਇਹ ਦੱਸ ਰਹੇ ਆ। ਇੱਕ ਔਰਤ ਮਿਸੀਸਾਗਾ ਤੋਂ ਮੂਵ ਹੋ ਗਈ, ਉੱਥੇ ਜਾ ਕੇ ਐਡਮਿੰਟਨ ਦੇ ਵਿੱਚ 4 ਲੱਖ ਦਾ ਆਪਣਾ ਘਰ ਲੈ ਲਿਆ ਅਤੇ 3 ਮਹੀਨੇ ਬਾਅਦ ਐਡਮਿੰਟਨ ਤੋਂ ਵਾਪਸ ਫਿਰ ਟੋਰਾਂਟੋ ਆ ਗਈ। ਕਾਰਨ ਉਹਦਾ ਕੀ ਦੱਸਿਆ ਉਹਨੇ? ਉਹ ਕਹਿੰਦੀ ਵੀ ਠੀਕ ਆ, ਸਾਰਾ ਕੁਛ ਬਹੁਤ ਵਧੀਆ ਹੈ, ਪਰ ਇੱਕ ਤਾਂ ਕਹਿੰਦੀ ਵੀ ਜਿਹੜੇ ਚੰਗੇ ਰੈਸਟੋਰੈਂਟ ਦੀ ਚੇਨਸ ਆ ਉਹ ਹੈ ਨਹੀਂ ਉੱਥੇ, ਕਾਕਟੇਲਸ ਮਹਿੰਗੀਆਂ ਬਹੁਤ ਆ, ਨਾਈਟ ਲਾਈਫ ਬਿਲਕੁਲ ਹੈ ਨਹੀਂ। ਵੀ ਤੁਸੀਂ ਜਾ ਸਕਦੇ ਆ, ਸਰਕਾਰ ਨੇ $2.5 ਮਿਲੀਅਨ ਅਲਬਰਟਾ ਨੇ ਇਸ ਗੱਲ ਦੇ ਉੱਤੇ ਖਰਚਿਆ, ਕਾਲਿੰਗ ਜਿਹੜੀ ਐਡ ਕੈਂਪੇਨ ਦੇ ਉੱਤੇ, ਪੋਸਟਰ 'ਤੇ ਜਿਹੜੇ ਕਿੰਨਾ ਕੁਛ ਜਿਹੜਾ ਸਾਰੇ ਆਸੇ ਪਾਸੇ ਦੇਖਣ ਮਿਲ ਰਿਹਾ ਆ ਕਿ ਬਿਗਰ ਪੇ ਚੈੱਕਸ, ਸਮਾਲਰ ਰੈਂਟ ਚੈੱਕਸ ਅਤੇ ਹੋਰ ਜਿਹੜੀਆਂ ਚੀਜ਼ਾਂ ਉਹਦੇ ਉੱਤੇ ਮਿਲ ਰਹੀਆਂ। ਲੋਕ ਜਾਂਦੇ ਨੇ ਉੱਥੇ, ਜਾਣ ਤੋਂ ਬਾਅਦ ਪਰ ਜੋ ਕੁਛ ਤੁਸੀਂ ਟੋਰਾਂਟੋ ਦੇ ਵਿੱਚ ਜਿਸ ਕਿਸਮ ਦੀ ਲਾਈਫ ਦੇਖ ਰਹੇ ਆ, ਇਹ ਔਰਤ 33 ਸਾਲਾਂ ਦੀ ਉਮਰ ਆ ਅਤੇ ਕਹਿੰਦੇ 6 ਫਿਗਰ ਦੇ ਵਿੱਚ ਆਪਣੀ ਕਾਰਪੋਰੇਟ ਜੋਬ ਕਰਦੀ ਸੀ। ਅਤੇ ਉੱਥੇ ਜਾ ਕੇ ਇਹਨੇ ਜਦੋਂ ਜਾ ਕੇ ਦੇਖਿਆ ਕਿ ਕੈਕਟਸ ਕਲੱਬ ਦੇ ਉੱਤੇ ਖਾਣਾ ਜਿਹੜਾ ਡਿਨਰ ਕਰਨਾ ਹੈ ਅਤੇ ਉਹ ਕਿੰਨੇ ਨੇ ਉੱਥੇ, ਅਤੇ 2 ਕੈਕਟਸ ਕਲੱਬ ਉਹ ਵੀ ਮਤਲਬ ਉਹਦੀ ਚੇਨ, ਅਤੇ ਬਾਕੀ ਮਹਿੰਗੀਆਂ ਕਾਕਟੇਲ ਅਤੇ ਨਾਈਟ ਲਾਈਫ ਉਸ ਕਿਸਮ ਦੀ ਜਿਸ ਕਿਸਮ ਦੀ ਉਹ ਲੱਭਦੀ ਸੀ, ਉਹਨੂੰ ਲੱਗ ਗਿਆ ਕਿ 4 ਲੱਖ ਦੇ ਵਿੱਚ ਵੀ ਇੱਥੇ ਘਰ ਨਹੀਂ ਪੁੱਗਦਾ। ਉਹ ਵਾਪਸ ਚਲੀ ਗਈ। ਹਾਲਾਂਕਿ ਬਹੁਤ ਗਿਣਤੀ ਲੋਕ ਅਲਬਰਟਾ ਵੱਲ ਨੂੰ ਜਾ ਰਹੇ ਨੇ, ਜਿਹੜੀ ਕੈਂਪੇਨ ਕੀਤੀ ਜਾ ਰਹੀ ਹੈ, ਜਾਂ ਉੱਥੇ ਸੱਚਮੁੱਚ ਕੁਛ ਜਿਹੜੀ ਅਫੋਰਡੇਬਿਲਟੀ ਆ ਉਹ ਜ਼ਿਆਦਾ ਆ, ਇੱਥੇ ਅਫੋਰਡ ਹੀ ਨਹੀਂ ਕੀਤਾ ਜਾ ਸਕਦਾ ਰਹਿਣਾ। ਸਭ ਤੋਂ ਵੱਧ ਮਾਈਗ੍ਰੇਸ਼ਨ ਇਸ ਵੇਲੇ ਅਲਬਰਟਾ ਵੱਲੋਂ ਬਾਕੀ ਸੂਬਿਆਂ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਹੋਈ ਆ, ਜਿਹੜੀ ਆਪਣੇ ਆਪ ਦੇ ਵਿੱਚ ਮਤਲਬ ਇੱਕ ਵੱਡੀ ਜਿਹੜੀ ਅਚੀਵਮੈਂਟ ਅਲਬਰਟਾ ਦੇ ਦੱਸੀ ਜਾ ਰਹੀ ਹੈ। 15,000 ਤੋਂ ਜ਼ਿਆਦਾ ਕੈਨੇਡੀਅਨਸ ਅਲਬਰਟਾ ਦੇ ਵਿੱਚ ਇਸ ਸਾਲ ਮੂਵ ਹੋਏ ਆ। ਸੋ ਜਿਹੜਾ ਹਾਈਐਸਟ ਨੰਬਰ ਆ ਇਸ ਵੇਲੇ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਰੇਟ ਆ ਇਸ ਵੇਲੇ, ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਆ, ਬਹੁਤ ਗਿਣਤੀ ਲੋਕ ਅਲਬਰਟਾ ਵੱਲੋਂ ਜਾ ਵੀ ਰਹੇ ਆ, ਪਰ ਵਿੱਚ ਕੁਛ ਨਾ ਕੁਛ ਟੋਰਾਂਟੋ ਵਰਗੇ ਕਲਚਰ ਦੇ ਉੱਥੇ ਨਾ ਹੋਣ ਕਰਕੇ ਵਾਪਸ ਵੀ ਅਲਬਰਟਾ ਤੋਂ ਆ ਰਹੇ ਨੇ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਆਪਾਂ ਕੱਲ੍ਹ ਦੇ ਕੈਨੇਡਾ ਦੇ ਕੁਛ ਜਿਹੜੇ 8-10 ਮੁੱਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਨ ਲਈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।